ਜਸ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਕੇਪੀ ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਅਕਸਰ ਅਸੀਂ ਦੂਜਿਆਂ ਤੇ ਸਵਾਲ ਪੁੱਛਦੇ ਰਹਿੰਦੇ ਹਾਂ, ਪਰ ਜਦੋਂ ਆਪਦੇ ਤੇ ਸਵਾਲ ਪੁੱਛਣ ਦਾ ਵੇਲਾ ਹੁੰਦਾ ਸ਼ਾਇਦ ਅਸੀਂ ਲੋਕ ਭੱਜ ਜਾਂਦੇ ਹਾਂ। ਪਰ ਅੱਜ ਵੇਲਾ ਹੈ ਆਪਦੇ ਆਪ ਤੇ ਸਵਾਲ ਪੁੱਛਣ ਦਾ, ਤੇ ਸਵਾਲ ਪੁੱਛਣ ਦਾ ਮੌਕਾ ਸਾਨੂੰ ਕਿਸਾਨ ਅੰਦੋਲਨ ਦਿੱਤਾ। ਕਿਸਾਨ ਅੰਦੋਲਨ ਨੇ ਇਸ ਕਰਕੇ ਸਾਨੂੰ ਮੌਕਾ ਦਿੱਤਾ ਕਿ ਕਿਸਾਨ ਅੰਦੋਲਨ ਦੇ ਵਿੱਚ ਟਰਾਲੀ ਟਾਈਮਜ਼ ਨਾਂ ਦਾ ਇੱਕ ਅਖਬਾਰ ਸ਼ੁਰੂ ਹੋ ਜਾਂਦਾ, ਟਰੈਕਟਰ ਟੂ ਟਵਿੱਟਰ ਇੱਕ ਮੁਹਿੰਮ ਸ਼ੁਰੂ ਹੋ ਜਾਂਦੀ ਹੈ, ਕਿਸਾਨ ਏਕਤਾ ਮੋਰਚਾ ਦੇ ਸੋਸ਼ਲ ਮੀਡੀਆ ਪੇਜ ਸ਼ੁਰੂ ਹੋ ਜਾਂਦੇ ਆ, ਤੇ ਉਹਨਾਂ ਨੇ ਸਾਨੂੰ ਅੰਤਰਝਾਤ ਕਰਨ ਦਾ ਮੌਕਾ ਦਿੱਤਾ। ਉਹਨਾਂ ਨੇ ਸਾਨੂੰ ਕਿਹਾ ਹੈ ਕਿ ਤੁਸੀਂ ਆਪਦੇ ਆਪ ਨੂੰ ਸਵਾਲ ਪੁੱਛਿਆ ਕਰੋ। ਅਸੀਂ ਅੱਜ ਆਪਦੇ ਆਪ ਨੂੰ ਸਵਾਲ ਪੁੱਛਣਾ, ਤੇ ਜਿਹੜਾ ਟਰਾਲੀ ਟਾਈਮਜ਼ ਤੇ ਟਰੈਕਟਰ ਟਵਿੱਟਰ ਸ਼ੁਰੂ ਕਰਨ ਵਾਲੇ ਮੁਹਿੰਮ ਦੇ ਵਿੱਚ ਸ਼ਾਮਲ ਹੈ ਲੋਕ, ਉਹਨਾਂ ਤੋਂ ਕੋਸ਼ਿਸ਼ ਕਰਾਂਗੇ ਅਸੀਂ ਸਵਾਲ ਜ਼ਰੂਰ ਲਈਏ। ਅਸੀਂ ਆਪਦੇ ਆਪ ਤੇ ਸਵਾਲ ਖੜਾ ਕਰਨ ਜਾ ਰਹੇ ਹਾਂ, ਕਿਸਾਨ ਅੰਦੋਲਨ ਵਿੱਚ ਚੌਥਾ ਥੰਮ ਕਿੱਥੇ? ਵੱਡਾ ਸਵਾਲ ਇਸ ਚਰਚਾ ਵਿੱਚ ਅਸੀਂ ਇਹ ਪੁੱਛਾਂਗੇ ਕਿ ਕਿਸਾਨ ਅੰਦੋਲਨ ਨੇ ਮੀਡੀਆ ਨੂੰ ਕਿਹੜੇ ਸਵਾਲਾਂ ਦੇ ਕਟਹਿਰੇ 'ਚ ਖੜਾ ਕੀਤਾ। ਇਸੇ ਸਵਾਲ ਤੇ ਚਰਚਾ ਹੋਵੇਗੀ। ਦੋ ਖਾਸ ਮਹਿਮਾਨ ਸਾਡੇ ਨਾਲ ਮੌਜੂਦ ਹੈ, ਉਹਨਾਂ ਤੁਹਾਡਾ ਤਾਰੁਫ ਕਰਾ ਰਿਹਾ। ਸਰਮੀਤ ਮਾਵੀ ਹਰਾਂ ਦਾ ਨਾਮ ਲੈਂਦਿਆਂ ਹੀ ਟਰਾਲੀ ਟਾਈਮਸ ਦਾ ਚਿਹਰਾ ਸਾਹਮਣੇ ਆ ਜਾਂਦਾ, ਤੇ ਮੈਂ ਇਹਨਾਂ ਨੂੰ ਨਾ ਇਹ ਕਹੂੰਗਾ ਕਿ ਫਾਊਂਡਰ ਹੈ, ਨਾ ਇਹ ਕਹੂੰਗਾ ਕਿ ਐਡੀਟਰ ਹੈ, ਮੈਂ ਸਿਰਫ ਸਰਮੀਤ ਮਾਵੀ ਕਹੂੰਗਾ। ਸਰਮੀਤ ਮਾਵੀ, ਬਹੁਤ ਸਵਾਗਤ ਹੈ ਸਰ ਤੁਹਾਡਾ। ਥੈਂਕ ਯੂ ਕੇਪੀ। ਜਸ ਪੰਜਾਬੀ ਦਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੀ ਗੱਲ ਨੂੰ ਰੱਖਣ ਦੇ ਲਈ ਸਾਨੂੰ ਮੌਕਾ ਦਿੱਤਾ। ਤੇ ਟੂ ਦਾ ਪੁਆਇੰਟ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਥੈਂਕ ਯੂ ਜੀ, ਸਾਡੀ ਗੱਲ ਸੁਣਨ ਲਈ ਤੁਸੀਂ ਆਪਣੀਆਂ ਸਕਰੀਨਾਂ ਤੇ ਆਏ ਹੋ। ਥੈਂਕ ਯੂ ਸੋ ਮਚ। ਮਾਵੀ ਜੀ, ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਵਕਤ ਕੱਢਿਆ। ਮਾਨਿਕ ਗੋਇਲ, ਇਹਨਾਂ ਦਾ ਚਿਹਰਾ ਸਾਹਮਣੇ ਆਉਂਦਾ ਹੈ, ਟਰੈਕਟਰ ਟੂ ਟਵਿੱਟਰ ਦਾ ਚਿਹਰਾ ਸਾਹਮਣੇ ਆ ਜਾਂਦਾ ਸਾਡੇ, ਇਸ ਕਰਕੇ ਅਸੀਂ ਇਹਨਾਂ ਨੂੰ ਵੀ ਨਹੀਂ ਕਹਾਂਗੇ ਕਿ ਉਸ ਟੀਮ ਦਾ ਹਿੱਸਾ ਹੈ, ਫਾਊਂਡਰ ਹੈ ਜਿਨ੍ਹਾਂ ਨੇ ਕੰਪੇਨ ਸ਼ੁਰੂ ਕੀਤੀ। ਮਾਨਿਕ ਗੋਇਲ ਹੀ ਕਹਾਂਗੇ ਅਸੀਂ। ਮਾਨਿਕ ਗੋਇਲ ਇੰਜੀਨੀਅਰਿੰਗ ਦੇ ਵਿੱਚ ਗ੍ਰੈਜੂਏਟ ਹੈ, ਤੇ ਸਰਮੀਤ ਮਾਵੀ ਹਰਾਂ ਨੇ ਮਾਸ ਕਮਿਊਨੀਕੇਸ਼ਨ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ। ਇੰਨਾ ਕੁ ਤਾਰੁਫ ਇਹਨਾਂ ਦਾ ਕਰੋਨਾ, ਉਸ ਤੋਂ ਬਾਅਦ ਇਹਨਾਂ ਤੋਂ ਅਸੀਂ ਸਵਾਲ ਜਵਾਬ ਲਵਾਂਗੇ, ਫਿਰ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਰਮੀਤ ਮਾਵੀ, ਬਹੁਤ ਸਧਾਰਨ ਸਵਾਲ ਹੋਣਗੇ ਸਰਮੀਤ ਮਾਵੀ, ਜਿਹੜੇ ਆਮ ਲੋਕਾਂ ਦੇ ਸਵਾਲ ਆ, ਜਿਹੜੇ ਸੱਥਾਂ ਦੇ ਵਿੱਚ, ਜਿਹੜੇ ਗਲੀਆਂ ਦੇ ਵਿੱਚ ਪੁੱਛੇ ਜਾਂਦੇ ਆ। ਸਰਮੀਤ ਮਾਵੀ, ਤੁਹਾਡੇ ਤੋਂ ਇਹ ਸਵਾਲ ਪੁੱਛਿਆ ਜਾ ਰਿਹਾ ਕਿ ਸਰਮੀਤ ਮਾਵੀ ਫਿਲਮਾਂ ਲਿਖਣ ਵਾਲਾ ਸ਼ਖਸ ਜਿਹਨੇ ਪੰਜਾਬ 1984 ਵਰਗੀ ਫਿਲਮ ਲਿਖੀ, ਇਸ ਤੋਂ ਇਲਾਵਾ ਹੋਰ ਕਈ ਤੁਹਾਡੀਆਂ ਫਿਲਮਾਂ ਦਾ ਜ਼ਿਕਰ ਕੀਤਾ ਜਾਂਦਾ ਸਰਮੀਤ ਮਾਵੀ, ਉਹ ਕਹਿੰਦੇ ਵੀ ਸਰਮੀਤ ਮਾਵੀ ਨੂੰ ਲੋੜ ਕਿਉਂ ਪੈ ਗਈ ਸੀ ਟਰਾਲੀ ਟਾਈਮਜ਼ ਅਖਬਾਰ ਕੱਢਣ ਦੀ? ਲੋੜ ਅਸਲ 'ਚ ਕੇਪੀ ਦੇਰ ਨਾਲ ਹੋਇਆ, ਕਿਉਂਕਿ ਮੋਰਚਿਆਂ ਨਾਲ ਅਸੀਂ ਇਸ ਕਿਸਾਨਾਂ ਦੇ ਮਸਲੇ ਨਾਲ ਜੁੜੇ ਸੀਗੇ। ਜਦੋਂ ਪੰਜਾਬ 'ਚ ਧਰਨੇ ਪੱਕੇ ਲੱਗਣ ਲੱਗੇ, ਉਦੋਂ ਹੋਰ ਅਸੀਂ ਪੱਕਾ ਆਉਣਾ ਜਾਣਾ ਸ਼ੁਰੂ ਹੋ ਗਿਆ ਵੀ ਆਪਣਾ ਫਰਜ਼ ਸਮਝ ਕੇ ਅਸੀਂ ਉੱਦਾਂ ਦੇ ਉਹਨਾਂ ਪਿੰਡਾਂ ਵਾਲੇ ਪਰਿਵਾਰਾਂ ਤੋਂ ਹੀ ਆਉਂਦੇ ਆ। ਫਿਰ ਦਿੱਲੀ ਕੂਚ ਦਾ ਪ੍ਰੋਗਰਾਮ ਹੋ ਗਿਆ, ਦਿੱਲੀ ਆ ਗਏ। ਦਿੱਲੀ ਆਉਣ ਤੋਂ ਵੀ ਕਾਫੀ ਦਿਨ ਬਾਅਦ ਨਾ ਮੇਰੇ ਲੱਗਦਾ ਰਿਹਾ ਕਿ ਜਿਵੇਂ ਜਿਹੜਾ ਉਹ ਦੂਸਰਾ ਜਿਹੜਾ ਕੰਪਰੋਮਾਈਜ਼ਡ ਮੀਡੀਆ ਕੋਈ ਕਵਰੇਜ ਦੇ ਨਹੀਂ ਸੀ ਰਿਹਾ, ਉਹਦੇ ਨਾਲ ਬਲਕਿ ਇੱਕ ਬੜੀ ਸ਼ਾਤਰ ਜੀ ਗੱਲ ਪਕੜ ਚ ਆਈ ਸੀ। ਦੋ ਤਿੰਨ ਥਾਵਾਂ ਤੇ ਖੁਦ ਅੱਖੀਂ ਦੇਖਿਆ ਕਿ ਜਿਹੜੇ ਉਹ ਚੈਨਲਸ ਨੇ ਜਿਹੜੇ ਇੱਕ ਫੇਕ ਨੈਰੇਟਿਵ, ਇੱਕ ਝੂਠੇ ਕਥਾਨਕ ਦਿਖਾਉਂਦੇ ਸੀਗੇ ਕਿ ਇਹ ਤਾਂ ਜੀ ਮੇਲਾ ਚੱਲ ਰਿਹਾ ਤੇ ਇਹ ਜੀ ਇਹਨਾਂ ਨੂੰ ਮਸਲਿਆਂ ਦਾ ਨਹੀਂ ਪਤਾ, ਉਹ ਨਾ ਬੜੇ ਸਿੱਧੇ ਸਧਾਰਨ ਜਿਹੇ ਬੰਦਿਆਂ ਨੂੰ ਇਹਦੇ ਸਵਾਲ ਪੁੱਛਦੇ ਸੀਗੇ ਕਿ ਇਹ ਵੀ ਮਸਲਾ ਸੀ। ਤੇ ਮੈਂ ਇੱਕ ਮੰਨਦਾ ਕਿ ਆਵਾਮ ਆਪਣੇ ਆਗੂਆਂ ਕੋਲੋਂ ਗੱਲ ਸਮਝਦਾ ਆ, ਤੇ ਉਹਨੂੰ ਪਤਾ ਲੱਗ ਜਾਂਦਾ ਕਿ ਇਹ ਚੀਜ਼ਾਂ ਸਾਡਾ ਨੁਕਸਾਨ ਕਰਨੀਆਂ, ਲੇਕਿਨ ਉਹ ਬੁਲਾਰਾ ਨਹੀਂ ਹੁੰਦਾ, ਉਹ ਟੇਢੇ ਸਵਾਲਾਂ ਤੇ ਟੇਢੇ ਜਵਾਬ ਨਹੀਂ ਦੇ ਸਕਦਾ। ਤੇ ਹੋਰ ਕਲੈਰਿਟੀ ਦੇ ਲਈ ਅਸੀਂ ਫਿਰ ਸੋਚਿਆ ਵੀ ਇਹ ਲੋਕਮੈ ਸ਼ਿਪਮੈ ਰੂਪ ਚ ਆਉਂਦੇ ਆ, ਮਾਈਕ ਲੋਗੋ ਲਾ ਕੇ ਆਉਂਦੇ ਆ, ਤੇ ਅਸੀਂ ਕਿਸਾਨਾਂ ਤੱਕ ਸਟੇਜ ਦੀ ਗੱਲ ਹੋਰ ਲੈ ਕੇ ਅਖਬਾਰ ਰਾਹੀਂ ਛੋਟੇ ਜਿਹੇ ਪੰਕਸ਼ਾਂ ਪਹੁੰਚਾ ਦਿੰਦੇ ਆ। ਉਹ ਸਾਰੀਆਂ ਚੀਜ਼ਾਂ ਨੂੰ ਹੋਰ ਗਹਿਰਾਈ ਨਾਲ ਜਾਣਨ ਲੱਗ ਜਾਣਗੇ। ਤੇ ਦੂਜੀ ਗੱਲ ਇਹ ਹੈ ਕਿ ਨਾਲੇ ਇੱਕ ਰੌਣਕ ਜੀ ਲੱਗ ਜੂਗੀ, ਸੱਥ ਵਾਲਾ ਮਾਹੌਲ ਜਿਹਾ ਬਣ ਗਿਆ ਕਿ ਆਪਣਾ ਆਪਦਾ ਇੱਕ ਅਖਬਾਰ ਜਿਹਾ ਹੋ ਜਾਊਗਾ, ਵੀ ਇੱਕ ਲਹਿਰ ਚ ਨਾ ਰੌਣਕ ਜੀ ਭਰ ਜੂਗੀ। ਤੇ ਸਾਨੂੰ ਲੱਗ ਗਿਆ ਵੀ ਉਹ ਭਰ ਗਈ, ਉਹਦੇ ਨਾਲ ਮੋਮੈਂਟਮ ਸੋਹਣਾ ਬਣਿਆ। ਇੰਨਾ ਕੁ ਆਈਡੀਆ ਸੀਗਾ ਜੀ। ਤੇ ਟੀਮ ਸਾਡੇ ਹੈਗੀ ਹੋਈ ਸੀਗੀ, ਅਸੀਂ ਇਕੱਠੇ ਕੁਛ ਇੱਕ ਮੇਰੇ ਕੁਝ ਨੌਜਵਾਨ ਸਾਥੀ ਇੱਥੇ ਬੱਚਿਆਂ ਨੂੰ ਪੜ੍ਹਾਉਣ ਦਾ ਲਾਇਬ੍ਰੇਰੀ ਸੈਟਅਪ ਕਰਨ ਦਾ ਕੰਮ ਕਰ ਹੀ ਰਹੇ ਸੀਗੇ, ਉਹਨਾਂ ਨਾਲ ਆਈਡੀਆ ਆਪਾਂ ਡਿਸਕਸ ਕੀਤਾ ਵੀ ਅਖਬਾਰ ਕੱਢੀਏ। ਕਹਿੰਦੇ ਚਲੋ ਕੱਢਦੇ ਆ, ਤੇ ਬਸ ਏਦਾਂ ਸ਼ੁਰੂ ਕਰ ਲਿਆ ਜੀ। ਸਰਮੀਤ ਮਾਵੀ, ਟਰਾਲੀ ਟਾਈਮਜ਼ ਨਾਮ ਕਿਸ ਨੇ ਦਿੱਤਾ ਤੇ ਤੁਹਾਡੀ ਟੀਮ ਵਿੱਚ ਕਿੰਨੇ ਮੈਂਬਰ ਹੈ? ਸਾਡੀ ਟੀਮ ਚ ਕੁਝ ਮਤਲਬ ਮੇਨ ਕੋਰ ਐਡੀਟੋਰੀਅਲ ਟੀਮ ਚ ਅਸੀਂ 5-6 ਜਣੇ ਆ। ਮੈਂ ਕੁਝ ਜ਼ਿਆਦਾ ਨਹੀਂ ਕਰਦੇ ਇਹਦੇ ਚ, ਮੈਂ ਸੁਪਰਵਾਈਜ਼ ਜਾਂ ਕੁਝ ਸਲਾਹ ਮਸ਼ਵਰੇ ਦੇ ਦਿੰਦਾ ਉਹਨਾਂ ਵਾਸਤੇ। ਐਡੀਟੋਰੀਅਲ ਟੀਮ ਚ ਅਜੇ ਪਾਲ ਨੱਤ, ਨਵਕਿਰਨ ਨੱਤ ਹੈ, ਨਰਿੰਦਰ ਪਿੰਡਰ ਹੈ, ਤੇ ਇਹਦਾ ਲੇਆਊਟ ਡਿਜ਼ਾਈਨ ਸਾਰਾ ਕ੍ਰੀਏਟਿਵ ਟੀਮ ਨੂੰ ਲੀਡ ਕਰਦੇ ਆ ਗੁਰਦੀਪ ਢਾਲੀਵਾਲ, ਬੜੇ ਬਲਾ ਦੇ ਬੇਮਿਸਾਲ ਸਟਿਲ ਫੋਟੋ ਆਰਟਿਸਟ ਨੇ। ਫਿਰ ਇਹਦੇ ਚ ਕੰਟੈਂਟ ਡਿਸਟ੍ਰੀਬਿਊਸ਼ਨ ਟੀਮ ਜੱਸੀ ਸੰਘਾ ਵੀ ਦੇਖ ਰਹੀ ਹੈ, ਤੇ ਇਹ ਸਾਡੀ ਇੱਕ ਕੋਰ ਟੀਮ ਹੈ। ਇਹਦੇ ਨਾਲ ਪੰਜੇ ਮੋਰਚਿਆਂ ਦੇ ਉੱਤੋਂ ਸਾਡੇ ਨਾਲ ਕੰਟੈਂਟ ਕਹਿ ਲਓ ਜਾਂ ਰਿਪੋਰਟਿੰਗ ਕਹਿ ਲਓ,
ਉਹ ਉੱਥੇ ਦੀਆਂ ਸਟੋਰੀਜ਼ ਲੈਣ ਦੇ ਲਈ ਉਹ ਸਾਰੇ ਮੋਰਚਿਆਂ ਤੇ ਇੱਕ ਉਸ ਤੋਂ ਬਾਅਦ ਇੱਕ ਹੋਰ ਆਊਟਰ ਰਿੰਗ ਟੀਮ ਹੈਗੀ ਹੈ ਜੀ। ट्रॉली टाइम्स नाम किसने दिता? सुरमीत मावी ने दिता? ਹਾਂਜੀ ਇਦਾਂ ਕਹਿ ਲਓ, ਟਰਾਲੀ 'ਚ ਬੈਠੇ ਸੀਗੇ ਅਸੀਂ हम्म ਤੇ ਅਖਬਾਰ ਦਾ ਫਿਰ ਸੋਚਿਆ, ਜਦੋਂ ਇਹ ਗੱਲ ਹੋ ਗਈ ਵੀ ਅਖਬਾਰ ਕੱਢੀਏ ਤੇ ਨਾਂ ਕੀ ਰੱਖੀਏ, ਤੇ ਮੈਂ ਕਿਹਾ ਵੀ ਜੇ ਟਰਾਲੀ ਟਾਈਮਸ ਹੀ ਰੱਖਦੇ ਆ ਫਿਰ, ਵੀ ਇਹ ਟਰਾਲੀਆਂ ਲਈ ਅਖਬਾਰ ਕੱਢਣਾ, ਇਹ ਟਰਾਲੀਆਂ ਦਾ ਅਖਬਾਰ ਆ, ਟਰਾਲੀਆਂ ਦੀਆਂ ਖਬਰਾਂ ਨੇ। ਤੇ ਇੱਕ ਮੇਰੇ ਮਨ 'ਚ ਇੱਕ ਗੱਲ ਹੀ ਆਈ ਵੀ ਟਰਾਲੀਆਂ ਦਾ ਤਾਂ ਪੂਰਾ ਤੇ ਇੱਕ ਟਰਾਲੀਆਂ ਦਾ ਪੰਜਾਬ ਵਸਿਆ ਪਿਆ, ਤੇ ਫਿਰ ਜਿਵੇਂ ਟਰਾਲੀਆਂ ਦਾ ਸ਼ਹਿਰ ਕਹਿ ਲਓ, ਮੈਂ ਟਰਾਲੀਆਂ ਦਾ ਪਿੰਡ ਕਹਿਣਾ ਆ ਵੀ ਜਿਵੇਂ ਨਿਊਯਾਰਕ ਟਾਈਮਸ ਨਿਊਯਾਰਕ ਦਾ ਅਖਬਾਰ ਹੈ, हाँ ਤੇਰਾ ਟਰਾਲੀਆਂ ਦਾ ਟਰਾਲੀ ਟਾਈਮਸ। ਬਸ ਇਹ ਨਾਮ ਆਇਆ ਤੇ ਸਾਨੂੰ ਲੱਗਿਆ ਵੀ ਇਹ ਤੋਂ ਬਿਹਤਰ ਨਾਮ ਕੋਈ ਹੋ ਵੀ ਨਹੀਂ ਸਕਦਾ। ठीक है सरमीत मावी, वापस आऊँगा ਤੁਹਾਡੇ ਕੋਲੇ। ਮਾਨਿਕ ਗੋਇਲ, ਮਾਨਿਕ ਗੋਇਲ, ਇੱਕ ਸਵਾਲ ਇਹ ਖੜਾ ਕੀਤਾ ਜਾ ਰਿਹਾ ਹੈ ਕਿ ਟਰੈਕਟਰ ਟਵਿੱਟਰ ਤੁਸੀਂ ਸ਼ੁਰੂ ਕਰਕੇ ਇੱਕ ਨਵੀਂ ਕੰਪੇਨ ਤਾਂ ਛੇੜਤੀ ਹੈ, ਪਰ ਤੁਹਾਡਾ ਟਾਰਗੇਟ ਹੈ ਜਿਹੜਾ ਉਹ ਟਰੋਲ ਆਰਮੀ ਹੈ। ਇਹੀ ਟਾਰਗੇਟ ਹੈ ਜਾਂ ਕਿਸਾਨ ਅੰਦੋਲਨ ਬਾਰੇ ਖਬਰ ਦੇਣੀ ਟਾਰਗੇਟ ਹੈ? ਨਹੀਂ ਨਹੀਂ, ਬਿਲਕੁਲ ਨਹੀਂ ਕੇਪੀ ਜੀ। ਟਰੋਲ ਆਰਮੀ ਇੱਕ ਅਲੱਗ ਚੀਜ਼ ਹੈ, ਤੇ ਜਿਹੜਾ ਮੇਨ ਮੁੱਦਾ ਆ, ਦੇਖੋ ਟਰੈਕਟਰ ਟੂ ਟਵਿੱਟਰ ਦੀ ਜੋ ਸ਼ੁਰੂਆਤ ਹੋਈ ਸੀ, ਮੇਨ ਇਹ ਸੀਗਾ ਵੀ ਜਦੋਂ ਕਿਸਾਨ ਮੋਰਚਾ ਸ਼ੁਰੂ ਹੋਇਆ ਜਾਂ ਕਿਸਾਨ ਅੰਦੋਲਨ ਜੋ ਦਿੱਲੀ ਚ ਐਂਟਰ ਕੀਤਾ, ਪਹਿਲਾਂ ਤਾਂ ਕਵਰੇਜ ਬਿਲਕੁਲ ਨਹੀਂ ਹੋ ਰਹੀ ਸੀ ਹੈ ਨਾ। ਉਦੋਂ ਬਾਅਦ ਕੀ ਸ਼ੁਰੂ ਹੋਇਆ ਵੀ ਇਹ ਕਿਸਾਨ ਨਹੀਂ ਹੈਗੇ ਜੀ, ਇਹ ਤਾਂ ਮਾਓਵਾਦੀ ਨੇ, ਕੋਈ ਕਹਿ ਰਿਹਾ ਸੀ ਖਾਲਿਸਤਾਨੀ ਨੇ, ਕੋਈ ਕਹਿ ਰਿਹਾ ਸੀ ਵੱਖਵਾਦੀ ਨੇ। ਤੇ ਮਤਲਬ ਆਪਣੇ ਪੰਜਾਬ ਚ ਬੇਸਿਕਲੀ ਕੀ ਸੀਗਾ, ਲੋਕ ਫੇਸਬੁੱਕ ਤੇ ਜ਼ਿਆਦਾ ਐਕਟਿਵ ਨੇ ਹਨਾ, ਫੇਸਬੁੱਕ ਤੇ ਐਕਟਿਵ ਨੇ, ਯੂਟਿਊਬ ਤੇ ਐਕਟਿਵ ਨੇ। ਤੇ ਜਦੋਂ ਮਤਲਬ ਮੈਂ ਐਜ਼ ਏ ਆਈਟੀ ਪ੍ਰੋਫੈਸ਼ਨਲ ਇਹ ਦੇਖਦਾ ਵੀ ਜਿਹੜੀ ਟਵਿੱਟਰ ਦੀ ਰੀਚ ਹੈ, ਟਵਿੱਟਰ ਦੀ ਆਵਾਜ਼ ਹੈ, ਉਹ ਲੋਕਾਂ ਤੱਕ ਪਹੁੰਚਦੀ ਹੈ। ਕਦੇ ਕੀ ਕਰਦੇ ਸੀ ਜਿਹੜੇ ਟਰੋਲਸ ਸੀਗੇ, ਕਦੇ ਕਹਿੰਦੇ ਸੀ ਇਹ ਵੱਖਵਾਦੀ ਹੈ, ਕਦੇ ਕਹਿੰਦੇ ਸੀ ਖਾਲਿਸਤਾਨੀ ਹੈ। ਮੈਂ ਮਤਲਬ ਸਾਡੀ ਟੀਮ ਨੇ ਇਹੀ ਸੋਚਿਆ ਵੀ ਕਿਉਂ ਨਾ ਟਵਿੱਟਰ ਤੇ ਲੋਕਾਂ ਨੂੰ ਇਕੱਠਾ ਕੀਤਾ ਜਾਵੇ। ਸਾਡੀ ਟੀਮ ਚ ਨੇ ਆਪਣੇ ਭਵਜੀਤ ਜੀ, ਤੇ ਉਹਨਾਂ ਨੇ ਮਤਲਬ ਏਦਾਂ ਹੀ ਬ੍ਰੇਨਸਟਾਰਮਿੰਗ ਕਰਦੇ ਕਰਦੇ ਇੱਕ ਨਾਂ ਮਤਲਬ ਆ ਗਿਆ ਵੀ ਜਿਹੜੇ ਟਰੈਕਟਰ ਤੇ ਆਪਾਂ ਮਤਲਬ ਕਿਸਾਨ ਹੈ, ਉਹ ਜਿਹੜੇ ਹੁਣ ਟਵਿੱਟਰ ਤੇ ਜਾਣਾ ਤਾਂ ਟਵਿੱਟਰ ਟਰੈਕਟਰ ਟੂ ਟਵਿੱਟਰ ਰੱਖ ਲਈਏ। ਤੇ ਸਾਰਿਆਂ ਨੂੰ ਵਧੀਆ ਲੱਗਿਆ, ਤੇ ਉਹ ਜਿਹੜਾ ਆਪਣਾ ਭਵਜੀਤ ਭਾਈ ਦਾ ਆਈਡੀਆ, ਤੇ ਉਹ ਸਾਰਿਆਂ ਨੇ ਮਤਲਬ ਸਾਡਾ ਸੀ ਇੱਕ ਟੀਚਾ ਬਣਾਇਆ ਸੀਗਾ ਕਿ ਮਤਲਬ ਪੰਜਾਬ ਚ ਆਪਾਂ ਇਸ ਕੈਂਪੇਨ ਦੇ ਥਰੂ 25,000 ਲੋਕ ਜੋੜੀਏ ਇੱਕ ਵਾਰ, ਮਤਲਬ ਜਿਹੜਾ ਇਹ ਟਵਿੱਟਰ ਹੈ। ਤੇ ਜਦੋਂ ਮਤਲਬ ਇਹ ਆਈਡੀਆ ਆਇਆ, ਜਦੋਂ ਇਹਦੇ ਬਾਰੇ ਉਹਨੇ ਭਵਜੀਤ ਭਾਈ ਨੇ ਪੋਸਟਰ ਬਣਾਤਾ, ਤੇ ਅਸੀਂ ਜਦੋਂ ਫੀਲਡ 'ਚ ਛੱਡਿਆ ਉਹ, ਤੇ ਉਹ ਕੁਝ ਕੁ ਘੰਟਿਆਂ 'ਚ ਟੀਚਾ ਪੂਰਾ ਹੋ ਗਿਆ ਸਾਡਾ। ਤੇ ਮਤਲਬ ਇੰਨੇ ਲੋਕ ਜੁੜ ਗਏ, ਸਾਨੂੰ ਆਪ ਨੂੰ ਹੀ ਨਹੀਂ ਪਤਾ ਵੀ ਮਤਲਬ ਕਿੱਥੋਂ ਕਿੱਥੋਂ ਬੈਠੇ ਲੋਕ। ਮੈਂ ਤੁਹਾਡਾ ਟਵਿੱਟਰ ਅਕਾਊਂਟ ਖੋਲਿਆ ਹੁਣੇ ਮਾਨਿਕ, ਮੈਂ ਤੁਹਾਡਾ ਟਵਿੱਟਰ ਅਕਾਊਂਟ ਖੋਲਿਆ ਹੁਣੇ, ਜਿਹੜਾ ਮੈਨੂੰ ਇੱਥੇ ਦੱਸ ਰਿਹਾ ਕਿ ਤੁਸੀਂ 92 ਲੋਕਾਂ ਨੂੰ ਫੋਲੋ ਕਰ ਰਹੇ ਹੋ ਤੇ 27.4K ਫੋਲੋਅਰਸ ਹੈ। ਇਹ ਮੈਨੂੰ ਹੁਣ ਦਾ ਡਾਟਾ ਜਿਹੜਾ ਤੁਹਾਡੇ ਸਾਹਮਣੇ ਆ ਰਿਹਾ ਇਨ ਟਾਈਮ। ਕਿੰਨੇ ਜੀ? 27.4K ਫੋਲੋਅਰਸ ਆ ਤੁਹਾਡੇ, ਤੇ 92 ਜਿਹੜੇ ਫੋਲੋਇੰਗ ਆ ਤੁਸੀਂ ਕਰ ਰਹੇ ਹੋ। ਹਾਂਜੀ ਹਾਂਜੀ ਹਾਂਜੀ, ਹਾਂ, ਟਾਰਗੇਟ ਅਚੀਵ ਹੋ ਗਿਆ ਹੁਣ, ਬਸ ਇਸ ਤੋਂ ਅੱਗੇ ਹੀ ਕਰਨਾ ਮਾਨਿਕ? ਨਹੀਂ ਨਹੀਂ, ਟਾਰਗੇਟ ਇਹ ਨਹੀਂ ਸੀਗਾ ਵੀ ਜਿਹੜੇ ਫੋਲੋਅਰ ਇੱਕ ਅਕਾਊਂਟ ਤੇ ਅਚੀਵ ਹੋਣ। ਟਾਰਗੇਟ ਬੇਸਿਕਲੀ ਇਹ ਸੀਗਾ ਵੀ ਜਿਹੜੇ ਪੰਜਾਬ ਚੋਂ ਹੈ ਲੋਕ ਜਿਹੜੇ ਕਿਸਾਨੀ ਨੂੰ ਸਪੋਰਟ ਕਰਦੇ, 25,000 ਲੋਕ ਉਹ ਨਵੇਂ ਅਕਾਊਂਟ ਬਣਾਉਣ। ਮਤਲਬ ਉਸ ਤੋਂ ਤਾਂ ਕਿ ਜਿਹੜੀ ਇੱਕ ਆਰਮੀ ਬਣੇ ਟਵੀਟਸ ਕਰਨ ਵਾਲੀ, ਉਹ 25,000 ਤੋਂ ਉੱਪਰ ਹੋ ਜਾਓ। ਮਤਲਬ ਸਾਨੂੰ ਕੋਈ ਏਦਾਂ ਨਹੀਂ ਪਤਾ ਸੀਗਾ ਵੀ ਕਿੰਨਾ ਟਾਈਮ ਲੱਗਣਾ, ਪਰ ਉਹ ਕੁਝ ਘੰਟਿਆਂ 'ਚ ਜਦੋਂ ਅਸੀਂ ਟਵੀਟਸ ਕਰਨ ਲੱਗਦੇ ਤਾਂ ਉਹ ਛੇਤੀ ਮਤਲਬ ਇੰਨੇ ਕੁ ਲੋਕਾਂ ਨੇ ਉਹ ਟਾਰਗੇਟ, ਮਤਲਬ ਇੰਨੇ ਕੁ ਨਵੇਂ ਅਕਾਊਂਟ ਬਣ ਗਏ। ਤੁਸੀਂ ਨਵੇਂ ਅਕਾਊਂਟ ਜਿਹੜੇ ਬਣੇ ਆ ਉਹ ਦੇਖੋ, ਕੋਈ ਮਾਰਚ ਦਾ, ਕੋਈ ਨਵੰਬਰ ਦਾ ਬਣਿਆ, ਕੋਈ ਦਸੰਬਰ ਦਾ ਬਣਿਆ, ਮਤਲਬ ਲੇਟੈਸਟ ਅਕਾਊਂਟ ਬਣਿਆ ਸਾਰੇ। ਤੇ ਜਦੋਂ ਕੋਈ ਹੈਸ਼ਟੈਗ ਟ੍ਰੈਂਡ ਕਰਾਉਂਦੇ, ਕੋਈ 50,000 ਪਹੁੰਚ ਰਿਹਾ, ਕੋਈ ਲੱਖ ਪਹੁੰਚ ਰਿਹਾ ਹੈਗਾ, ਕੋਈ ਮਤਲਬ ਜਿਹੜਾ ਹੈਸ਼ਟੈਗ ਹੈ, ਤੇ ਉਹ ਸਾਨੂੰ ਮਤਲਬ ਅਸੀਂ ਉਹ ਲੋਕ ਕਿੱਥੋਂ ਜੁੜ ਗਏ ਸਾਨੂੰ ਆਈ ਨਹੀਂ ਪਤਾ। ਮਤਲਬ ਇੰਨੇ ਜ਼ਿਆਦਾ ਵਧੀਆ ਰਿਸਪੌਂਸ ਮਿਲ ਗਿਆ ਸਾਨੂੰ। ਤੇ ਉਸ ਤੋਂ ਬਾਅਦ ਫਿਰ ਅਸੀਂ ਮਤਲਬ ਇਹਦੇ 'ਚ ਇਹ ਨਹੀਂ ਇਕੱਲਾ ਟਰੋਲਸ ਨੂੰ ਤਾਂ ਜਵਾਬ ਦੇਣਾ ਹੀ ਦੇਣਾ, ਤੇ ਨਾਲ ਉਹਦੇ 'ਚ ਇਹ ਵੀ ਹੈ ਵੀ ਜਿਹੜੀ ਮਤਲਬ ਕਿਤੇ ਪ੍ਰੋਬਲਮਸ ਆ ਰਹੀਆਂ ਨੇ ਕੋਈ ਕਿਸੇ ਤਰੀਕੇ ਦੀਆਂ, ਕਿਤੇ ਆਪਣੇ ਕਿਸੇ ਮੋਰਚੇ 'ਚ ਮੰਨ ਲਓ ਕਿਸੇ ਜਿੱਦਾਂ ਪਹਿਲਾਂ ਹੋਇਆ ਸੀ ਵੀ ਟਿਕਰੀ ਲੱਕੜਾਂ ਦੀ ਕਮੀ ਸੀ, ਉੱਥੇ ਅਸੀਂ ਮੈਸੇਜ ਦਿੱਤਾ ਕਿ ਉੱਥੇ ਕਮੀ ਆ, ਤੇ ਕੋਈ ਆਪਣਾ ਕਿਸੇ ਹੋਰ ਤਰ੍ਹਾਂ ਦਾ ਮੈਸੇਜ ਹੁੰਦਾ ਉਹ ਵੀ ਲੋਕਾਂ ਤੱਕ ਪਹੁੰਚਾਉਣੇ ਆ ਤਾਂ ਕਿ ਉਹ ਆਪਣੀ ਮਤਲਬ ਹੈਲਪ ਲੈ ਕੇ ਵੀ ਉੱਥੇ ਪਹੁੰਚਦੇ ਆ। ਹੋਰ ਵੀ ਬਹੁਤ ਚੀਜ਼ਾਂ ਨੇਗੀਆਂ। ਠੀਕ ਹੈ, ਮੈਂ ਵਾਪਸ ਆਊਂਗਾ। ਸਰਮੀਤ ਮਾਵੀ ਸਾਡੇ ਨਾਲ ਹੈ, ਮਾਨਿਕ ਗੋਇਲ ਸਾਡੇ ਨਾਲ ਹੈ। ਸਰਮੀਤ ਮਾਵੀ ਹਰਾਂ ਨੇ ਟਰਾਲੀ ਸਾਂਭ ਲਿਆ ਤੇ ਮਾਨਿਕ ਗੋਇਲ ਹਰਾਂ ਨੇ ਟਰੈਕਟਰ ਸਾਂਭ ਲਿਆ, ਤੇ ਉਧਰੋਂ ਕਿਸਾਨ ਏਕਤਾ ਮੋਰਚਾ ਨੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਦੀ ਆਵਾਜ਼ ਸਾਂਭੀ ਹੋਈ ਹੈ। ਸਾਡਾ ਸਵਾਲ ਇੱਕੋ ਹੀ ਹੈ, ਵਾਪਸ ਆ ਕੇ ਫਿਰ ਪੁੱਛਾਂਗੇ, ਚਰਚਾ ਜਾਏਗਾ ਵੀ ਕਿ ਕਿਸਾਨ ਅੰਦੋਲਨ ਵਿੱਚ ਚੌਥਾ ਥੰਮ ਕਿੱਥੇ। ਸਵਾਲ ਅਸੀਂ ਇਹ ਪੁੱਛ ਰਹੇ ਕਿਸਾਨ ਅੰਦੋਲਨ ਨੇ ਮੀਡੀਆ ਨੂੰ ਕਿਹੜੇ ਸਵਾਲਾਂ ਦੇ ਕਟਾਰੇ 'ਚ ਖੜਾ ਕੀਤਾ। ਮਾਨਿਕ, ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਸਾਡਾ ਮਕਸਦ ਇਹ ਹੈ ਕਿ ਵੱਧ ਤੋਂ ਵੱਧ ਪੰਜਾਬੀਆਂ ਨੂੰ ਟਵਿੱਟਰ ਤੇ ਲੈ ਕੇ ਆਉਣਾ ਤੇ ਜਿਹੜੀ ਉੱਥੇ ਮਦਦ ਹੈ ਉਹ ਵੀ ਪਹੁੰਚਾਉਣਾ।
ਮਾਨਿਕ, ਤੁਸੀਂ ਕਿੰਨੇ ਪੰਜਾਬੀਆਂ ਨੂੰ ਲੈ ਕੇ ਆਏ ਹੋ ਟਵਿੱਟਰ ਤੇ? ਤੁਹਾਡੇ ਕੋਲ ਕੋਈ ਅੰਕੜਾ ਹੈਗਾ? ਦੇਖੋ ਜੀ ਕੇਪੀ ਜੀ, ਅੰਕੜਾ ਇਹਦੇ ਚ ਇਦਾਂ ਨਹੀਂ, ਮਤਲਬ ਜਿੰਨੇ ਜਦੋਂ ਕੋਈ ਗੱਲ ਹੁੰਦੀ ਹੈ, ਜਦੋਂ ਕੋਈ ਟ੍ਰੈਂਡਿੰਗ ਦਾ ਮਸਲਾ ਹੁੰਦਾ ਹੈ, ਉਦੋਂ ਇੱਕ ਟ੍ਰੈਂਡ ਤੇ 1.5 ਲੱਖ ਤੱਕ ਟਵੀਟ ਹੋ ਜਾਂਦੇ ਆ। ਤਾਂ ਮਤਲਬ ਉਹ ਤੋਂ ਇੱਕ ਚੰਗਾ ਜਾਂ ਮੋਟਾ ਜਿਹਾ ਅੰਦਾਜ਼ਾ ਲੱਗਦਾ ਵੀ ਜੇ ਸਾਰੇ ਵੀ ਐਕਟਿਵ ਨਹੀਂ ਹੈਗੇ ਤਾਂ ਇੱਕ ਵੱਡੀ ਗਿਣਤੀ ਜਿਹੜੀ ਆ ਉਹ ਨਵੀਂ ਮਤਲਬ ਜੁਆਇਨ ਕਰ ਚੁੱਕੀ ਹੈ ਟਵਿੱਟਰ ਤੇ ਜਿਹੜੀ ਕਿਸਾਨਾਂ ਦੇ ਹੱਕ 'ਚ ਬੋਲਦੀ ਆ। ਤੇ ਮਤਲਬ ਅਸੀਂ ਐਂ ਕਹਿ ਦਈਏ ਵੀ ਉਹ ਸਾਰੇ ਹੀ ਸਾਡੇ ਨਾਲ, ਮਤਲਬ ਅਸੀਂ ਉਹਨਾਂ ਸਾਰਿਆਂ ਨੂੰ ਹੀ, ਉਹ ਲੋਕ ਮਤਲਬ ਆਪ ਮਹਾਰੇ ਬੜੀ ਸਪੋਰਟ ਕਰ ਰਹੇ ਆ। ਸਾਨੂੰ ਇਹ ਨਹੀਂ ਪਤਾ ਵੀ ਕਿੱਥੋਂ ਬੋਲ ਰਹੇ। ਜਿਹੜੀ ਸਾਡੀ ਟੀਮ ਉਹ ਤਾਂ ਕਰਦੀ ਹੈ, ਮਤਲਬ ਲੋਕ ਆਪ ਮਹਾਰੇ ਵੀ ਲੋਕ, ਕਿਉਂਕਿ ਕੈਂਪੇਨ ਬੜੀ ਮਸ਼ਹੂਰ ਹੋ ਗਈ ਆ। ਕੈਂਪੇਨ ਨੇ ਲੋਕਾਂ ਨੂੰ ਬੜਾ ਮਤਲਬ ਇੱਕ ਤਰੀਕੇ ਨਾਲ ਕੈਚ ਕੀਤਾ ਆ ਤੇ ਉਹ ਲੋਕ ਆਪ ਮੂਹਰੇ ਆ ਰਹੇ ਆ ਉਸ 'ਚ। ਮਾਨਿਕ, ਤੁਹਾਡੀ ਟੀਮ ਵਿੱਚ ਕਿੰਨੇ ਕੁ ਲੋਕ ਆ ਜਿਹੜੇ ਇਸ ਕੈਂਪੇਨ ਨੂੰ ਹੈਂਡਲ ਕਰ ਰਹੇ ਆ? ਜਿਹੜੇ ਸਾਡਾ ਬੇਸਿਕਲੀ ਇੱਕ ਜਿਹਨੂੰ ਕਹਿ ਲਓ ਕੋਰ ਗਰੁੱਪ ਕਹਿ ਲਓ ਜੀ, ਉਹਦੇ 'ਚ 5-6 ਜਣੇ ਆ ਅਸੀਂ। ਤੇ ਜਿਹਦੇ 'ਚ ਭਵਜੀਤ ਬਾਈ ਹੈ, ਜਿਨ੍ਹਾਂ ਨੇ ਬੇਸਿਕਲੀ ਇਹ ਟਰੈਕਟਰ ਟੂ ਟਵਿੱਟਰ ਨਾਮ ਦਿੱਤਾ ਹੈ ਕੈਂਪੇਨ ਨੂੰ, ਤੇ ਉਹ ਜਿਹੜਾ ਲੋਕਾਂ ਨੂੰ ਕਲਿੱਕ ਕੀਤਾ, ਉਹ ਵੀ IT ਪ੍ਰੋਫੈਸ਼ਨਲ ਨੇ। ਤੇ ਇੱਕ ਜਿੱਦਾਂ ਅਮਨਦੀਪ ਬਾਈ ਆ, ਉਹ ਅਮਨਦੀਪ ਬੈਂਸ ਨੇ, ਉਹ ਡੈਂਟਿਸਟ ਨੇਗੇ। ਤੇ ਇੱਕ ਰਾਜ ਬੋਟਰ ਜੀ ਨੇ, ਉਹ ਸਿੰਗਰ ਨੇਗੇ, ਮਿਊਜ਼ਿਕ ਕੰਪੋਜ਼ਰ ਨੇ। ਮਤਲਬ ਇੱਕ ਜਿੱਦਾਂ ਭੁਪਿੰਦਰ ਜੀ ਨੇ, ਇੱਕ ਜਿੱਦਾਂ ਹਰਸ਼ ਭੱਲਾ ਜੀ ਨੇ, ਲਾਈਕ ਬੱਬੂ ਬਾਈ ਨੇ। ਤੇ ਮਤਲਬ 5-6 ਜਣੇ ਹੈਗੇ ਜਿਹੜੀ ਕੋਰ ਟੀਮ ਆ। ਤੇ ਉਹਦੇ 'ਚ ਬੇਸਿਕਲੀ ਸਾਰੇ ਅਲੱਗ-ਅਲੱਗ ਬੈਕਗ੍ਰਾਉਂਡ ਤੋਂ ਨੇ। ਤੇ ਬਸ ਏਦਾਂ ਵੀ ਸੋਚ ਇੱਥੇ ਆ ਕੇ ਮਿਲ ਗਈ ਆ ਵੀ ਆਪਾਂ ਇਹ ਕੰਮ ਕਰਨਾ ਹੈਗਾ, ਅਦਰਵਾਈਜ਼। ਚਲੋ ਠੀਕ ਹੈ ਵੀ ਹਰ ਵਰਗ ਤੁਹਾਡੇ ਨਾਲ ਜੁੜਿਆ ਹੋਇਆ। ਸੁਰਮੀਤ ਮਾਵੀ, ਇੱਕ ਦੋ ਕੋੜੇ ਸਵਾਲ ਵੀ ਹੋ ਜਾਣਗੇ। ਸੁਰਮੀਤ ਮਾਵੀ, ਹੋ ਸਕਦਾ ਤੁਹਾਨੂੰ ਇਹ ਸਵਾਲ ਪਸੰਦ ਨਾ ਆਵੇ। ਸੁਰਮੀਤ ਮਾਵੀ, ਤੁਹਾਡੇ ਬਾਰੇ ਇੱਕ ਸਵਾਲ ਕੀਤਾ ਜਾ ਰਿਹਾ ਕਿ ਇਹ ਵਿਹਲੇ ਲੋਕ ਹੈ, ਇਸ ਕਰਕੇ ਇਹਨਾਂ ਨੇ ਕੰਮ ਸ਼ੁਰੂ ਕਰ ਲਿਆ। ਸੁਰਮੀਤ ਮਾਵੀ, ਉਹਨਾਂ ਨੂੰ ਕੀ ਜਵਾਬ ਦੋਗੇ? ਮੈਂ ਕਿ ਵੀ ਕੋਈ ਇਦਾਂ ਦੀ ਗੱਲਾਂ ਦਾ ਜਵਾਬ ਦੇਣ ਦਾ ਮੇਰੇ ਕੋਲ ਕੋਈ ਖਾਸ ਸਮਾਂ ਹੈ ਨਹੀਂਗਾ। ਹਾਂ, ਤੇ ਮੈਨੂੰ ਬਸ ਸਾਡੇ ਮਨ ਨੂੰ ਲੱਗਦਾ ਸੀ ਕਰਨਾ, ਤੇ ਵਿਹਲੇ ਤਾਂ ਵਾਕਈ ਵਿਹਲੇ ਆ ਜੀ। ਮੈਂ ਹੁਣ ਫਿਲਮਸ ਦਾ ਕੈਰੀਅਰ ਆਪਣਾ ਥੋੜਾ ਜਿਹਾ ਦੇਰ ਹੋਲਡ, ਸਾਈਨਿੰਗ ਵੀ ਫੜੀ ਹੋਈ ਸੀਗੀ, ਤੇ ਇਹ ਸਭ ਕੁਝ ਹਲੇ ਮੈਨੂੰ ਸੀਗਾ ਵੀ ਬਾਕੀ ਸਾਰੇ ਆਪਣੀ ਜ਼ਿੰਦਗੀ ਦੇ ਕੰਮਾਂ-ਕਾਰਾਂ ਨੂੰ ਫਿਲਹਾਲ ਇਹ ਕਿਸਾਨ ਅੰਦੋਲਨ ਲਈ ਵੇਲ ਕੱਢ ਗਈ ਇਹਦੇ ਨਾਲ ਜੁੜੀਏ। ਤੇ ਜੇ ਉਹ ਇਸ ਐਂਗਲ ਤੋਂ ਬਿਲਕੁਲ ਠੀਕ ਗੱਲ ਹੈ, ਤੇ ਜਿਹੜੇ ਐਂਗਲ ਤੋਂ ਕੋਈ ਹੋਰ ਸੋਚ ਰਿਹਾ, ਤੇ ਹਰ ਇੱਕ ਬੰਦੇ ਨੂੰ ਆਪਣੀ ਰਾਏ ਰੱਖਣ ਦਾ ਹੱਕ ਹੈ ਜੀ। ਕੋਈ ਮੈਨੂੰ ਠੀਕ ਹੈ ਸੁਰਮੀਤ ਮਾਵੀ, ਜਿਸ ਤਰੀਕੇ ਨਾਲ ਤੁਸੀਂ ਜਵਾਬ ਦੇ ਰਹੇ ਹੋ। ਸੁਰਮੀਤ ਮਾਵੀ, ਇਹ ਸਵਾਲ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਉਹ ਕਿਸਾਨਾਂ ਨਾਲ ਜੁੜੇ ਲੋਕਾਂ ਨੂੰ ਅਨਪੜ੍ਹ ਗਰਦਾਨ ਰਹੇ ਆ। ਤੁਸੀਂ ਆਪਦੇ ਬਾਰੇ ਦੱਸੋ ਸੁਰਮੀਤ ਮਾਵੀ, ਤੁਹਾਡੀਆਂ ਪ੍ਰਾਪਤੀਆਂ ਕੀ ਹੈ? ਪ੍ਰਾਪਤੀਆਂ ਤਾਂ ਕੁਝ ਨਹੀਂ ਜੀ। ਮੈਂ ਪ੍ਰਾਪਤੀਆਂ ਤਾਂ ਕਾਹਦੀਆਂ ਹੁੰਦੀਆਂ, ਬਸ ਜ਼ਿੰਦਗੀ 'ਚ ਜੋ ਚੀਜ਼ਾਂ ਮੈਨੂੰ ਦਿਲਚਸਪੀ ਰਹੀ ਹੈ। ਮੈਂ ਪੜ੍ਹਾਈ ਕੀਤੀ ਬਸ ਮਾਸਕੌਮ ਦੀ, ਤੇ ਕੁਛ ਚਿਰ ਪੱਤਰਕਾਰੀ 'ਚ ਬਤਾਇਆ। ਮੈਂ ਸਬ ਐਡੀਟਿੰਗ ਜੌਬ ਵੀ ਕੀਤੀ ਹੈ, ਰਿਪੋਰਟਿੰਗ ਵੀ ਕੀਤੀ ਹੈ, ਤੇ ਆਰਟੀਕਲ ਫੀਚਰਸ ਵੀ ਲਿਖੇ ਆ। ਉਸ ਤੋਂ ਬਾਅਦ ਮੇਰਾ ਮਨ ਥੋੜਾ ਬਹੁਤਾ ਰੰਗਮੰਚ 'ਚ ਲੱਗਦਾ ਸੀ। ਥੋੜਾ ਚਿਰ ਮੈਂ ਥੀਏਟਰ ਕੀਤਾ, ਤੇ ਫਿਰ ਮੈਂ ਬੰਬੇ ਚਲਾ ਗਿਆ ਜੀ। ਫਿਲਮਾਂ, ਕੁਝ ਟੀਵੀ ਸੀਰੀਅਲਸ ਲਿਖੇ ਕੁਝ ਸਾਲ, ਤਕਰੀਬਨ ਕੋਈ 19-20 ਸਾਲ ਦਾ ਕੈਰੀਅਰ ਹੋ ਗਿਆ ਜੀ ਟੈਲੀਵਿਜ਼ਨ ਤੇ। ਫਿਰ ਹੌਲੀ-ਹੌਲੀ ਫਿਲਮਾਂ ਲਿਖਣ ਵੱਲ ਆ ਗਏ, ਤੇ ਇੱਕ ਚੰਗੇ ਭਾਗਾਂ ਨੂੰ ਮੇਰੀ ਪਹਿਲੀ ਫਿਲਮ ਨੂੰ ਬੈਸਟ ਪੰਜਾਬੀ ਫਿਲਮ ਦਾ ਨੈਸ਼ਨਲ ਅਵਾਰਡ ਮਿਲ ਗਿਆ। ਉਸ ਤੋਂ ਬਾਅਦ ਅੱਗੇ ਚੱਲ ਕੇ ਲਾਸਟ ਮੇਰੀ ਹਿੰਦੀ ਫਿਲਮ ਆਈ ਸੀ ਕੇਸਰੀ, ਉਹਦੇ 'ਚ ਮੇਰੇ ਡਿਊ ਟੂ ਮਾਈ ਕੰਟਰੀਬਿਊਸ਼ਨ ਟੂ ਦਾ ਸਕ੍ਰਿਪਟ ਵਿੱਚ ਸਪੈਸ਼ਲ ਥੈਂਕਸ ਨਾਂ ਦੇ ਕੇ ਮੈਨੂੰ ਬੜੀ ਇੱਜ਼ਤ ਬਖਸ਼ੀ ਹੈ ਜੀ ਉਹਨਾਂ ਨੇ। ਤੇ ਪਰ ਮੈਂ ਕਹੂੰਗਾ ਇਹ ਕੋਈ ਮੈਂ ਪ੍ਰਾਪਤੀਆਂ ਤੌਰ ਤੇ ਨਹੀਂ ਦੇਖਦਾ, ਇਹ ਮੇਰੀ ਦਿਲਚਸਪੀ ਸੀ ਨਾ ਕੰਮਾਂ 'ਚ। ਮੈਨੂੰ ਖੁਸ਼ੀ ਹੈ ਮੈਂ ਕਰ ਪਾਇਆ ਜੀ। ਸੁਰਜੀਤ ਮਾਵੀ, ਮੈਂ ਇਸ ਕਰਕੇ ਇਹ ਸਵਾਲ ਕਰ ਰਿਹਾ ਕਿਉਂਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਅਸਲ ਵਿੱਚ ਤੁਸੀਂ ਲੋਕ ਕੌਣ ਹੋ, ਤੁਹਾਡੀ ਬੈਕਗ੍ਰਾਉਂਡ ਕੀ ਹੈ, ਕਿਉਂ ਤੁਸੀਂ ਇਸ ਅਭਿਆਨ ਦੇ ਵਿੱਚ, ਇਸ ਮੁਹਿੰਮ ਦੇ ਵਿੱਚ ਜੁੜੇ ਹੋ। ਤਾਂ ਕਿ ਲੋਕਾਂ ਦੀ ਅਵੇਅਰਨੈਸ ਲਈ ਅਸੀਂ ਇਹ ਸਵਾਲ ਕਰ ਰਹੇ ਹਾਂ ਸੁਰਜੀਤ ਮਾਵੀ। ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਜਿਹੜੇ ਲੋਕ ਤੁਹਾਡੇ ਵਿਰੋਧ ਇੱਕ ਪ੍ਰਚਾਰ ਕਰਦੇ ਪਏ ਆ, ਅਸੀਂ ਉਹਨਾਂ ਲੋਕਾਂ ਦੀ ਵੀ ਅੱਖਾਂ ਖੋਲ੍ਹਣਾ ਚਾਹੁੰਦੇ ਸੁਰਜੀਤ ਮਾਵੀ। ਸੁਰਜੀਤ ਮਾਵੀ, ਮੈਂ ਇਹ ਸਵਾਲ ਤੁਹਾਨੂੰ ਕਰਨਾ ਚਾਹ ਰਿਹਾ ਸੀਗਾ। ਤੁਹਾਡੇ 5 ਐਡੀਸ਼ਨ ਇਹਦੇ ਆ ਚੁੱਕੇ ਆ ਟਰਾਲੀ ਟਾਈਮਸ ਤੇ। ਕਿਸਾਨ ਅੰਦੋਲਨ ਤੱਕ ਸੀਮਤ ਰਹੂਗਾ ਇਹ ਟਰਾਲੀ ਟਾਈਮਸ, ਜਾਂ ਇਸ ਤੋਂ ਅੱਗੇ ਵੀ ਕੋਈ ਤੁਹਾਡਾ ਪਲਾਨ ਹੈਗਾ? ਨਹੀਂ ਦੇਖੋ, ਪਹਿਲੇ ਦਿਨੋਂ ਸਾਡਾ ਐਸਾ ਕੋਈ ਪਲਾਨ ਨਹੀਂ। ਇਹ ਅੰਦੋਲਨ ਤੱਕ ਹੀ ਇਹ ਅਖਬਾਰ ਜਾਰੀ ਰੱਖਣ ਦਾ ਸਾਡਾ ਵਿਚਾਰ ਹੈ ਹਾਲੇ ਤੱਕ ਵੀ। ਹਾਂ, ਲੇਕਿਨ ਇਹ ਮੈਂ ਜ਼ਰੂਰ ਐਡ ਕਰ ਦਿਆਂ ਕਿ ਸਾਨੂੰ ਬਹੁਤ ਸਾਰੇ ਇਹੋ ਜਿਹੇ ਮਿੱਤਰ ਸੱਜਣ ਮਸ਼ਵਰੇ ਦਿੰਦੇ ਆ ਕਿ ਕੋਈ ਜਿਹੜੀਆਂ ਦੁਨੀਆਂ 'ਚ ਵਾਪਰ ਰਹੀਆਂ ਖਬਰਾਂ ਨੂੰ ਕਿਸਾਨੀ ਦੇ ਪਰਪੇਖ ਤੋਂ, ਕਿਸਾਨੀ ਦੇ ਐਂਗਲ ਤੋਂ, ਉਸ ਪਰਸਪੈਕਟਿਵ ਤੋਂ
ਉਹਨਾਂ ਖਬਰਾਂ ਨੂੰ ਛਾਪਣ, ਵਿਚਾਰਨ, ਉਹਨਾਂ ਤੇ ਰਾਏ ਦੇਣ ਵੀ ਕੋਈ ਵੀ ਚੀਜ਼ ਕਿਸਾਨੀ ਨੂੰ ਕਿਵੇਂ ਇਫੈਕਟ ਕਰੂਗੀ। ਜਿਵੇਂ ਜਿਵੇਂ ਕਹਿ ਲਓ ਵੀ ਗ੍ਰੀਨ ਰੈਵੋਲੂਸ਼ਨ ਨੇ ਕਿਸਾਨ ਨੂੰ ਕਿਵੇਂ ਇਫੈਕਟ ਕੀਤਾ। ਉਸ ਤੋਂ ਬਾਅਦ ਉਹ ਭਾਵੇਂ ਗੈਟ ਸਮਝੌਤਾ ਹੋਵੇ, ਭਾਵੇਂ FDI ਹੋਵੇ, ਤੇ ਚਾਹੇ ਆ ਬਿੱਲ ਹੋਣ, ਜਿਵੇਂ ਇਦਾਂ ਦੇ ਮਸਲੇ ਸ਼ਾਇਦ ਅੱਗੇ ਵੀ ਰਹਿਣਗੇ। ਇਹ ਮਸ਼ਵਰੇ ਨੇ ਮਿੱਤਰਾਂ ਦੇ, ਕਈਆਂ ਦੇ, ਕਈ ਚਾਹਣ ਵਾਲਿਆਂ ਦੇ, ਪਰ ਹਲੇ ਸੱਚ ਕਹਾਂ ਵੀ ਇਹਦੇ ਬਾਰੇ ਅਸੀਂ ਕੋਈ ਐਸਾ ਫੈਸਲਾ ਲਿਆ ਨਹੀਂ ਹੈਗਾ। ਜੇ ਕੋਈ ਯੋਗ ਹੱਥ ਹੋਣ ਤਾਂ ਮੇਰਾ ਸਿਰਫ ਇਹੀ ਕਹਿਣਾ ਕਿ ਉਹ ਗੱਲ ਤਾਂ ਮੈਨੂੰ ਬੜੀ ਜਾਇਜ਼ ਵਾਜਬ ਲੱਗਦੀ ਹੈ ਕਿ ਵਧੀਆ ਗੱਲ ਹੈ, ਪਰ ਉਹਦੇ ਲਈ ਦੇਖਦੇ ਵੀ ਅਸੀਂ ਉਸ ਕਾਬਿਲ ਹੋਏ ਕਿ ਨਹੀਂ, ਕਿਉਂਕਿ ਮੇਰਾ ਆਪਣਾ ਫਿਲਮਾਂ ਦਾ ਕੈਰੀਅਰ ਹੈਗਾ ਆ, ਤੇ ਦੇਖਦੇ ਇਹਦੇ ਬਾਰੇ ਵਿਚਾਰ ਕੋਈ ਨਹੀਂਗਾ। ਫਿਲਹਾਲ ਦੇ ਲਈ ਇਹੀ ਹੈ ਵੀ ਇਹ ਸਲਾਹ ਮਸ਼ਵਰੇ ਸਾਡੇ ਦਿਮਾਗ 'ਚ ਆਉਂਦੇ ਆ, ਅਸੀਂ ਕੰਸੀਡਰ ਤਾਂ ਜ਼ਰੂਰ ਕਰ ਰਹੇ, ਪਰ ਹਾਲੇ ਤੱਕ ਇਹ ਮੋਰਚੇ ਤੱਕ ਹੀ ਰਹੇਗਾ। ਠੀਕ ਹੈ। ਮਾਨਿਕ, ਇੱਕ ਤੁਹਾਡੇ ਬਾਰੇ ਸਵਾਲ ਕੀਤਾ ਜਾ ਰਿਹਾ ਹੈ ਕਿ ਤੁਸੀਂ ਸਾਰੇ ਲੋਕ ਜੁੜੇ ਹੋਏ ਹੋ, ਕੋਈ ਫੰਡ ਇਕੱਠੇ ਕਰਨੇ ਆ, ਤੁਸੀਂ ਸਪਾਂਸਰਡ ਚੀਜ਼ਾਂ ਤੁਹਾਨੂੰ ਮਿਲ ਰਹੀਆਂ, ਇਸ ਕਰਕੇ ਤੁਸੀਂ ਜੁਟੇ ਹੋ। ਮਾਨਿਕ ਗੋਇਲ, ਇਸ ਸਵਾਲ ਦਾ ਕੀ ਜਵਾਬ ਹੈ ਤੁਹਾਡੇ ਕੋਲ? ਦੇਖੋ ਜੀ, ਜਦੋਂ ਪਹਿਲੇ ਦਿਨ ਟਰੈਕਟਰ ਟੂ ਟਵਿੱਟਰ ਮੁਹਿੰਮ ਸ਼ੁਰੂ ਹੋਈ ਸੀ, ਅਸੀਂ ਸਭ ਤੋਂ ਪਹਿਲਾਂ ਆਪਣੇ ਹੈਂਡਲ ਤੇ ਵੀ ਪਾਇਆ ਸੀ, ਤੇ ਬਹੁਤ ਵਾਰ ਬਾਰ-ਬਾਰ ਪਾ ਕੇ ਅਸੀਂ ਕਲੀਅਰ ਕੀਤਾ ਵੀ ਸਾਡੀ ਜਿਹੜੀ ਟੀਮ ਹੈ, ਸਾਡੀ ਜਿਹੜੀ ਮੁਹਿੰਮ ਹੈ, ਅਸੀਂ 1 ਰੁਪਇਆ ਵੀ ਕਿਸੇ ਤੋਂ ਫੰਡ ਨਹੀਂ ਲੈਣਾ, ਤੇ ਨਾ ਹੀ ਸਾਡੇ ਨਾਮ ਤੇ ਕਿਸੇ ਨੂੰ ਫੰਡ ਦਿੱਤਾ ਜਾਵੇ। ਤੇ ਜੇ ਕੋਈ ਮੰਨ ਲਓ ਕਈ ਲੋਕ ਫੇਕ ਅਕਾਊਂਟ ਬਣਾ ਕੇ ਜੇ ਕੋਈ ਇਦਾਂ ਕਰਦਾ ਤਾਂ ਸਾਨੂੰ ਨਾਲ ਦੀ ਨਾਲ ਦੱਸਿਆ ਜਾਵੇ। ਇਹ ਸਾਡੇ ਜਿਹੜੇ ਮੁੱਢਲੇ ਆਪਾਂ ਇੱਕ ਰੂਲ ਬਣਾ ਲੈਂਦੇ ਆ ਕੋਈ ਚੀਜ਼ ਚਲਾਉਣ ਤੋਂ ਪਹਿਲਾਂ, ਉਹਨਾਂ ਵਿੱਚੋਂ ਇੱਕ ਸੀ। ਕੁਝ ਰੂਲ ਬਣਾਏ ਸੀ ਸ਼ੁਰੂ ਕਰਨ ਤੋਂ ਪਹਿਲਾਂ ਹੀ, ਲਾਈਕ ਜਿਵੇਂ ਇੱਕ ਹੋਰ ਸੀਗਾ ਵੀ ਕਿਸੇ ਨੂੰ ਪਰਸਨਲ ਅਟੈਕ ਨਹੀਂ ਕਰਨਾ, ਪਰ ਜਿਹੜਾ ਵੀ ਕਿਸੇ ਨੂੰ ਜਵਾਬ ਦੇਣਾ, ਕਿਸੇ ਨੂੰ ਕਾਊਂਟਰ ਕਰਨਾ ਹੈ, ਉਹ ਫੈਕਟਸ ਨਾਲ ਕਰਨਾ ਹੈ, ਰਿਸਰਚ ਕਰਕੇ। ਪ੍ਰੋਪਰ ਸਾਡੀ ਟੀਮ ਹੈ, ਰਿਸਰਚ ਟੀਮ। ਉਹ ਜੇ ਕੋਈ ਆਪਣੇ ਤੇ ਮਤਲਬ ਕਿਸਾਨਾਂ ਤੇ ਐਲੀਗੇਸ਼ਨ ਲਾਉਂਦੇ ਆ ਤਾਂ ਪ੍ਰੋਪਰ ਰਿਸਰਚ ਕਰਕੇ ਉਹਨਾਂ ਨੂੰ ਜਵਾਬ ਦੇਈਦਾ। ਕੋਈ ਬੀਜੇਪੀ ਦਾ ਕੋਈ ਹੋਰ ਮੰਤਰੀ ਬੋਲਦਾ, ਕੋਈ ਗਲਤ ਫੈਕਟ ਦਿੰਦਾ, ਉਹ ਤੇ ਪ੍ਰੋਪਰ ਰਿਸਰਚ ਕਰਕੇ ਜਵਾਬ ਦੇਣਾ। ਇਦਾਂ ਨਹੀਂ ਵੀ ਜਿੱਦਾਂ ਟਰੋਲਸ ਕਰਦੇ ਵੀ ਗਾਲਾਂ ਦੇਣੀਆਂ ਜਾਂ ਹੋਰ ਕਰਨਾ, ਕੁਝ ਨਹੀਂ ਇਦਾਂ ਦੇ। ਸਾਡੇ ਰੂਲ ਹੈ ਬੇਸਿਕ, ਜਿਹੜੇ ਸਾਡੇ ਮੁੱਢਲੇ ਰੂਲ ਨੇ ਜੀ, ਮੁੱਢਲੇ ਜਿਹੜੇ ਕਹ ਲਓ ਉਹਨਾਂ ਦੇ ਵਿੱਚ ਸ਼ਾਮਲ ਹੈ ਇਹ। ਕੋਈ ਪੈਸਾ ਕਿਸੇ ਤੋਂ ਨਹੀਂ ਨਾ ਲਿਆ ਤੇ ਨਾ ਮੰਗਿਆ ਜੀ। ਮਾਨਿਕ, ਜਿਹੜੀ ਗੱਲ ਤੁਸੀਂ ਕਹੀ ਹੈ ਕਿ ਜਿਵੇਂ ਟਰੋਲ ਆਰਮੀ ਕਰਦੀ ਹੈ, ਇੱਕ ਕੂੜ ਪ੍ਰਚਾਰ ਕੀਤਾ ਜਾਂਦਾ, ਗਾਲਾਂ ਵੀ ਕੱਢੀਆਂ ਜਾਂਦੀਆਂ, ਹੋਰ ਵੀ ਬੜਾ ਕੁਝ ਲਿਖਿਆ ਜਾਂਦਾ। ਮਾਨਿਕ, ਇਹ ਸਵਾਲ ਉਹਨਾਂ ਨੂੰ ਤੁਸੀਂ ਕਾਊਂਟਰ ਕਿਵੇਂ ਕਰਦੇ ਹੋ ਫਿਰ? ਦੇਖੋ ਜੀ, ਜਿਵੇਂ ਕਿਉਂਕਿ ਗੁੱਸਾ ਤਾਂ ਆ ਹੀ ਜਾਂਦਾ ਨਾ, ਗੁੱਸਾ ਤਾਂ ਆ ਹੀ ਜਾਂਦਾ ਮਾਨਿਕ, ਗੁੱਸਾ ਤਾਂ ਆ ਹੀ ਜਾਂਦਾ। 29 ਸਾਲ ਦਾ ਨੌਜਵਾਨ ਹੋਵੇ, ਖੂਨ ਤਾਂ ਖੋਲਦਾ ਹੀ ਆ। ਜਦੋਂ ਕੋਈ ਅੱਗੋਂ ਗਾਲ ਕੱਢੂਗਾ, ਜੋ ਕੋਈ ਸਵਾਲ ਪੁੱਛੂਗਾ ਇਹੋ ਜਿਹਾ ਪੁੱਠਾ ਸਿੱਧਾ, ਉਹਨੂੰ ਜਵਾਬ ਫਿਰ ਕਿਵੇਂ ਦਿੰਦੇ ਹੋ ਤੁਸੀਂ? ਦੇਖੋ ਜੀ, ਇਹਦੇ ਚ ਕੀ ਹੈ ਜੀ, ਜਿਵੇਂ ਜਦੋਂ ਕੀ ਹੋਇਆ ਵੀ ਪਹਿਲਾਂ ਤਾਂ ਇੰਨਾ ਜ਼ਿਆਦਾ ਨਹੀਂ ਸੀਗਾ। ਜਦੋਂ ਸਾਡਾ ਕਿਸਾਨ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬੈਠਿਆ, ਤੇ ਸਭ ਤੋਂ ਪਹਿਲਾਂ ਕੀ ਟਰੋਲ ਆਰਮੀ ਦਾ ਕੀ ਕੰਮ ਸੀ? ਟਰੋਲ ਆਰਮੀ ਨੇ ਕੀਤਾ ਵੀ ਇਹ ਜੀ ਵੱਖਵਾਦੀ ਨੇ, ਇਹ ਖਾਲਿਸਤਾਨੀ ਨੇ ਜੀ, ਇਹ ਮਤਲਬ ਨਕਸਲਾਈਟ ਨੇ, ਇਹ ਫਲਾਣੇ ਨੇ। ਮਤਲਬ ਉਹਨਾਂ ਨੇ ਜਿਹੜੇ ਮਤਲਬ ਜਿੱਦਾਂ ਉਹ ਹਰ ਇੱਕ ਕੋਈ ਵੀ ਲੋਕ ਪੱਖੀ ਅੰਦੋਲਨ ਚੱਲਦਾ ਉਹਦੇ ਨਾਲ ਕਰਦੇ ਆ। ਤੇ ਉਹਨਾਂ ਨੂੰ ਬੇਸਿਕਲੀ ਜਿਹੜੇ ਸਾਡੇ ਗਰੁੱਪਸ ਬਣੇ ਹੋਏ ਆ, ਸਾਡੇ ਜਿੱਦਾਂ ਮੰਨ ਲਓ WhatsApp ਗਰੁੱਪਸ ਬਣੇ ਹੋਏ ਆ ਵੱਡੇ, ਜਿੱਦਾਂ ਟੈਲੀਗ੍ਰਾਮ ਗਰੁੱਪਸ ਬਣੇ ਹੋਏ ਆ 1200, ਉਹਦੇ ਚ ਵੋਲੰਟੀਅਰ ਹੈਗੇ ਆ। ਤੇ ਉਹਨਾਂ ਦੇ ਥਰੂ ਮਤਲਬ ਉਹਨਾਂ ਨੂੰ ਦੱਸੀਦਾ ਵੀ ਇੱਥੇ ਇਹ ਗਲਤ ਇਨਫੋਰਮੇਸ਼ਨ ਫੈਲਾਈ ਜਾ ਰਹੀ ਆ, ਤੇ ਉਹ ਜਾਂਦੇ ਨੇਗੇ ਉੱਥੇ ਜਾ ਕੇ ਮਤਲਬ ਫੈਕਟਸ ਰੱਖਦੇ ਨੇ ਵੀ ਆਹ ਦੇਖੋ ਵੀ ਜਿਹੜਾ ਇਹ ਮਤਲਬ ਬਜ਼ੁਰਗ ਬੈਠੇ ਆ ਇੱਥੇ, ਇਹ ਤੁਹਾਨੂੰ ਲੱਗਦੇ ਇਹ ਵੀ ਇਹ ਨਕਸਲਾਈਟ ਨੇ ਜਾਂ ਇਹ ਕੋਈ ਖਾਲਿਸਤਾਨੀ ਨੇ, ਇਹ ਠੰਡ 'ਚ ਬੈਠੇ ਨੇ, ਇੰਨੀਆਂ ਮੌਤਾਂ ਹੋ ਗਈਆਂ ਵੀ ਜਿਹੜੀਆਂ ਮਤਲਬ ਹੁਣ ਤੱਕ ਮੇਰੇ ਖਿਆਲ 47 ਦੇ ਕਰੀਬ ਮੌਤਾਂ ਹੋ ਗਈਆਂ। ਵੀ ਜਿਹੜੇ ਇਹ ਤੁਸੀਂ ਕਹਿ ਰਹੇ ਹੋ ਵੀ ਪਿਕਨਿਕ ਬਣਾ ਰਹੇ ਆ, ਜਿੱਦਾਂ ਮਤਲਬ ਇੱਕ ਬੀਜੇਪੀ ਦੇ ਇੱਕ ਲੀਡਰ ਨੇ ਕਿਹਾ ਸੀ ਵੀ ਪਿਕਨਿਕ ਬਣਾ ਰਹੇ ਆ, ਵੀ ਜਿਹੜੀਆਂ ਇੰਨੀਆਂ ਮੌਤਾਂ ਹੋ ਗਈਆਂ ਵੀ ਤੁਸੀਂ ਇੱਥੇ ਆ ਕੇ ਪਿਕਨਿਕ ਬਣਾ ਕੇ ਦੇਖੋ। ਜੇ ਤੁਹਾਨੂੰ ਕਿਸੇ ਚੀਜ਼ ਦੀ ਪ੍ਰੋਬਲਮ ਹੈ, ਉਹਨਾਂ ਨੂੰ ਕਿਹਾ ਵੀ ਭਾਈ ਜੇ ਤੁਹਾਨੂੰ ਮਤਲਬ ਚਾਹੀਦਾ, ਤੁਹਾਨੂੰ ਕਿਸੇ ਗੱਲ ਦੀ ਪ੍ਰੋਬਲਮ ਹੈ, ਪੈਟਰੋਲ ਦੀ ਪ੍ਰੋਬਲਮ ਹੈ, ਅਸੀਂ ਦਵਾਂਗੇ, ਤੁਸੀਂ ਇੱਥੇ ਨਾਲ ਆ ਕੇ ਪਿਕਨਿਕ ਬਣਾ ਕੇ ਦੇਖੋ। ਬੱਚਿਆਂ ਨੂੰ ਲੈ ਕੇ ਇੰਨੀ ਠੰਡ 'ਚ ਇੰਨੇ ਮੀਂਹ 'ਚ ਕਿਵੇਂ ਬੈਠੀਦਾ, ਇਹ ਡੈਥਸ ਹੋ ਰਹੀਆਂ ਨੇ, ਪਿਕਨਿਕ ਥੋੜੀ ਹੈ। ਹਰ ਇੱਕ ਚੀਜ਼ ਨੂੰ ਕਾਊਂਟਰ ਕਰਦੇ ਆ ਫੈਕਟਸ ਦੇ ਨਾਲ। ਜੇ ਕੋਈ ਗਲਤ ਅੰਕੜੇ ਦਿੰਦਾ ਤਾਂ ਟੀਮ ਨੂੰ ਪ੍ਰੋਪਰ ਰਿਸਰਚ ਟੀਮ ਉਹਦੇ ਬਾਰੇ ਮਤਲਬ ਡਾਟਾ ਇਕੱਠਾ ਕਰਦੀ ਹੈ, ਤੇ ਉਸ ਤੋਂ ਬਾਅਦ ਮੇਨ ਅਕਾਊਂਟ ਤੇ ਸਾਡੀ ਟੀਮ ਦੇ ਬੰਦੇ ਉਹਨੂੰ ਜਾ ਕੇ ਦੱਸਦੇ ਆ। ਲੜਨ ਵਾਲੀ ਤਾਂ ਕੋਈ ਗੱਲ ਹੀ ਨਹੀਂ, ਕਿਉਂਕਿ ਸਭ ਤੋਂ ਪਹਿਲਾਂ ਸਾਰਿਆਂ ਨੂੰ ਇਹੀ ਕਿਹਾ ਗਿਆ ਵੀ ਕਿਸੇ ਨੂੰ ਗਾਲ ਨਹੀਂ ਕੱਢਣੀ, ਕਿਸੇ ਨੂੰ ਮਾੜਾ ਨਹੀਂ ਬੋਲਣਾ। ਠੀਕ ਹੈ, ਮੈਂ ਇੱਕ ਹੋਰ ਛੋਟਾ ਜਿਹਾ ਬ੍ਰੇਕ ਲਵਾਂਗਾ। ਜਿਹੜੀ ਮਾਨਿਕ ਨੇ ਗੱਲ ਕਹੀ ਹੈ ਕਿ ਪਿਕਨਿਕ ਸਪੌਟ ਵਾਲੀ, ਉਹਦਾ ਇੱਕ ਇਹਨਾਂ ਨੇ ਕਾਊਂਟਰ ਵੀ ਕੀਤਾ ਹੋਇਆ ਆਪਦੇ ਟਵਿੱਟਰ ਹੈਂਡਲ ਤੇ। ਉਹਨਾਂ ਨੇ ਕਿਹਾ ਵੀ ਤੁਸੀਂ ਵੀ ਆ ਜਾਓ ਜੇ ਤੁਹਾਨੂੰ ਪਿਕਨਿਕ ਸਪੌਟ ਲੱਗਦਾ, ਤੇ ਆਹ ਤਸਵੀਰ ਵੀ ਉੱਥੇ ਪਾਈ ਹੋਈ ਹੈ। ਇਹ ਤੁਸੀਂ ਇਹਨਾਂ ਦੇ ਅਕਾਊਂਟ ਤੇ ਜਾ ਕੇ ਦੇਖ ਵੀ ਸਕਦੇ ਹੋ। ਟਰੋਲੀ ਟਾਈਮਸ ਨੂੰ ਤੁਸੀਂ PDF ਫਾਈਲ ਦੇ ਜ਼ਰੀਏ ਤੁਹਾਡੇ ਕੋਲ ਸਾਰਾ ਕੁਝ ਪਹੁੰਚਦਾ ਪਿਆ PDF ਦੇ ਜ਼ਰੀਏ। ਅਸੀਂ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਸਾਡਾ ਮੀਡੀਆ ਭਾਈਚਾਰਾ ਜਿਹੜਾ, ਉਸ ਨੇ ਇਸ ਕੰਪੇਨ ਨੂੰ, ਇਸ ਟਰੋਲੀ ਟਾਈਮਸ ਨੂੰ, ਇਸ ਟਰੈਕਟਰ ਟੂ ਟਵਿੱਟਰ ਨੂੰ ਕਿਸ ਤਰੀਕੇ ਨਾਲ ਪ੍ਰਭਾਸ਼ਿਤ ਕੀਤਾ, ਉਹ ਵਾਪਸ ਆ ਕੇ ਜ਼ਰੂਰ ਪੁੱਛਣਾ ਇਹਨਾਂ ਤੋਂ। ਕਿਸਾਨ ਅੰਦੋਲਨ ਨੇ ਮੀਡੀਆ ਨੂੰ ਕਿਹੜੇ ਸਵਾਲਾਂ ਦੇ ਕਟਹਿਰੇ 'ਚ ਖੜਾ ਕੀਤਾ? ਸਰਮੀਤ ਮਾਵੀ, ਜੁੜਾਂਗੇ, ਲੜਾਂਗੇ, ਜਿੱਤਾਂਗੇ, ਤੁਹਾਡਾ ਜੋ ਟਰੋਲੀ ਟਾਈਮਸ ਦਾ ਪਹਿਲਾ ਐਡੀਸ਼ਨ ਆਇਆ ਸੀਗਾ, ਉਹਦੇ ਪਹਿਲੇ ਪੰਨੇ ਤੇ ਸਾਨੂੰ ਇਹ 3 ਅੱਖਰ, 3 ਸ਼ਬਦ ਆ ਜਿਹੜੇ ਉਹ ਦਿਖੇ ਸੀਗੇ।
ਸ਼ਹੀਦ ਭਗਤ ਸਿੰਘ ਹਰਾਂ ਨੂੰ ਤੁਸੀਂ ਕੋਟ ਕੀਤਾ ਸੀਗਾ, ਇਹਨਾਂ ਸਾਰੇ ਸ਼ਬਦਾਂ ਨੂੰ ਸਾਡੇ ਮੀਡੀਆ ਭਾਈਚਾਰੇ ਨੇ ਅਲੱਗ-ਅਲੱਗ ਤਰੀਕੇ ਨਾਲ ਪ੍ਰਭਾਸ਼ਿਤ ਕੀਤਾ। ਸੁਰਮੀਤ ਮਾਵੀ, ਮੈਨੂੰ ਲੱਗਦਾ ਤੁਸੀਂ ਸਾਰੇ ਉਹ ਪ੍ਰੋਗਰਾਮ ਵੀ ਦੇਖੇ ਹੋਣਗੇ, ਸਾਰੀਆਂ ਲਿਖਤਾਂ ਵੀ ਪੜ੍ਹੀਆਂ ਹੋਣਗੀਆਂ। ਸੁਰਮੀਤ ਮਾਵੀ, ਤੁਸੀਂ ਉਸ ਨੂੰ ਕਿਸ ਤਰੀਕੇ ਪ੍ਰਭਾਸ਼ਿਤ ਕਰਨਾ ਚਾਹੁੰਦੇ ਹੋ ਜਿਹੜਾ ਤੁਹਾਨੂੰ ਪ੍ਰਭਾਸ਼ਿਤ ਕੀਤਾ ਸਾਡੇ ਮੀਡੀਆ ਨੇ? ਮੈਂ ਤੁਹਾਨੂੰ ਸੱਚ ਦੱਸਾਂ, ਮੈਂ ਉਹਨਾਂ ਸਭ ਚੀਜ਼ਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਮੈਨੂੰ ਟੀਮ ਚੋਂ ਤੇ ਕਾਫੀ ਲੋਕ ਕਹਿੰਦੇ ਰਹਿੰਦੇ ਵੀ ਏਦਾਂ ਕਿਸੇ ਨੇ ਕਿਹਾ ਤੇ ਉਹਦੇ ਲਈ ਕੇਪੀ ਜੀ ਮੇਰਾ ਹਮੇਸ਼ਾ ਤੋਂ ਕਸੂਲ ਹੈ ਕਿ ਤੁਹਾਡੇ ਨਾ ਵੀ ਵਿਵਾਦ ਨਾ ਹੋਣ ਸਵਾਲ ਨਾ ਉੱਠਣ, ਇਹ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਵੀ ਤੁਸੀਂ ਕੰਮ ਹੀ ਨਾ ਕਰੋ ਕੋਈ। ਉਹ ਇੱਕ ਹਿੱਸਾ ਆ, ਉਹਦੇ ਚ ਬੜਾ ਕੁਝ ਹੁੰਦਾ, ਉਹਦੇ ਚ ਇਲਜ਼ਾਮ ਵੀ ਲੱਗਦੇ ਆ, ਉਹ ਕਰੈਕਟਰ ਅਸੈਸੀਨੇਸ਼ਨ ਵੀ ਹੋਊਗੀ, ਬੜਾ ਕੁਝ ਸਾਡੇ ਨਾਲ ਵਾਪਰ ਵੀ ਰਿਹਾ ਆ। ਬਟ ਮੈਂ ਦੇਖੋ ਸਾਡਾ ਟਰਾਲੀ ਟਾਈਮਸ ਜਵਾਬ ਦੇ ਸਿਰਫ ਸਾਡੇ ਆਗੂਆਂ ਨੂੰ ਆ, ਹੋਰ ਉਹਨਾਂ ਦਾ ਕੋਈ ਗੁੱਸਾ ਗਿਲਾ ਹੁੰਦਾ, ਕਈ ਵਾਰੀ ਕੁਝ ਕਮਿਊਨੀਕੇਸ਼ਨ ਗੈਪ ਆਏ ਸਾਡੇ ਚ, ਉਹ ਦੂਰ ਹੋ ਜਾਂਦੇ ਆ। ਜੇ ਕੁਝ ਕਹਿੰਦੇ ਸਾਡੇ ਤੋਂ ਕੋਈ ਗਿਲਾ ਕਰਦੇ, ਅਸੀਂ ਉਹਨਾਂ ਕੋਲ ਹੱਥ ਜੋੜ ਕੇ ਜਾਂਦੇ ਆ। ਸਾਡੇ ਕਿਸਾਨ ਆਗੂ ਸਾਨੂੰ ਉਹਨਾਂ ਦੀ ਯੋਗ ਅਗਵਾਈ ਚ ਮੁਕੰਮਲ ਯਕੀਨ ਹੈ ਤੇ ਅਸੀਂ ਬਹੁਤ ਸਤਿਕਾਰ ਕਰਦੇ ਜਿਨ੍ਹਾਂ ਨੇ ਐਡਾ ਵੱਡਾ ਅੰਦੋਲਨ ਵਿੱਢਿਆ। ਬਾਕੀ ਸਾਰਾ ਕੋਈ ਕੁਝ ਕਹਿੰਦਾ ਰਿਹਾ ਜੀ, ਮੈਂ ਉਹਦੇ ਵੱਲ ਧਿਆਨ ਦੇਣ ਦਾ ਸਾਡੇ ਕੋਲ ਸਮਾਂ ਹੀ ਹੈ ਨਹੀਂ। ਜਿਸ ਤਰੀਕੇ ਨਾਲ ਅਸੀਂ ਛੋਟਾ ਜਿਹਾ ਅਖਬਾਰ, ਛੋਟੀ ਜੀ ਟੀਮ, ਕਿੱਥੇ ਇੰਨਾ ਟਾਈਮ ਹੁੰਦਾ ਹੈ ਜੀ। ਮੈਂ ਉਹਨਾਂ ਦੇ ਸਵਾਲਾਂ ਦੇ ਜਵਾਬ ਮੈਂ ਵੀ ਮਤਲਬ ਹਾਰਸ਼ ਗੱਲ ਨਹੀਂ ਕਰ ਰਿਹਾ। ਬਾਕੀ ਸਾਰੇ ਸਵਾਲਾਂ ਦੇ ਜਵਾਬ ਪੜਚੋਲਾਂ ਲਈ ਮੈਂ ਹਾਜ਼ਰ ਹੋ ਜਾਊਂਗਾ ਜੀ ਅੰਦੋਲਨ ਦੇ ਸਫਲ ਹੋਣ ਤੋਂ ਬਾਅਦ, ਫੇਰ ਕਰ ਲਵਾਂਗੇ। ਫਿਲਹਾਲ ਦੇ ਲਈ ਤਾਂ ਇਹ ਵੀ ਸਪਸ਼ਟੀਕਰਨ ਦਾ ਕੋਈ ਖਾਸ ਸਮਾਂ ਹੈ ਨਹੀਂ। ਬਸ ਮੈਂ ਸਿਰਫ ਨਹੀਂ ਸੁਰਮੀਤ ਮਾਵੀ, ਚਲੋ ਹਾਂ ਸੁਰਮੀਤ ਮਾਵੀ ਸਫਲਤਾ ਹੈ, ਚਲੋ ਇਹ ਹੰਬਲਨੈਸ ਹੈ ਤੁਹਾਡੀ, ਤੁਸੀਂ ਕਹਿੰਦੇ ਹੋ ਉਹਦੇ ਲਈ ਸਾਡੇ ਕੋਲ ਵਕਤ ਨਹੀਂ ਹੈਗਾ। ਪਰ ਜਿਹੜੇ ਦਰਸ਼ਕ ਤੁਹਾਨੂੰ ਇੱਥੋਂ ਦੇਖ ਰਹੇ ਆ, ਸੁਣ ਰਹੇ ਆ, ਉਹ ਇਹ ਜਾਣਨਾ ਚਾਹੁੰਦੇ ਆ ਕਿ ਮੇਨ ਸਟ੍ਰੀਮ ਮੀਡੀਆ ਦੇ ਖਿਲਾਫ ਜੇ ਤੁਸੀਂ ਇਹ ਕੰਪੇਨ ਸ਼ੁਰੂ ਕੀਤੀ ਆ ਜਾਂ ਤੁਸੀਂ ਇਹ ਅਖਬਾਰ ਕੱਢਿਆ, ਉਹਦਾ ਕੋਈ ਟਾਰਗੇਟ ਤਾਂ ਹੈ ਨਾ। ਤੁਸੀਂ ਟਾਰਗੇਟ ਦੇ ਵਿਚਾਲੇ ਉਹ ਜਾਗਰੂਕਤਾ ਫੈਲਾ ਰਹੇ ਹੋ, ਉਸ ਦੇ ਵਿਚਾਲੇ ਜਿਹੜੇ ਤੁਹਾਡੇ ਤੇ ਸਵਾਲ ਉੱਠਦੇ ਉਹਨਾਂ ਦਾ ਜਵਾਬ ਫਿਰ ਕਿਹੜੇ ਮੰਚ ਤੋਂ ਦੋਗੇ ਤੁਸੀਂ? ਨਹੀਂ ਦੇਖੋ, ਜਵਾਬ ਮੈਂ ਜੇ ਕਹਾਂ ਵੀ ਜਿੰਨੀ ਸਾਡੀ ਤਾਰੀਫ ਨੈਸ਼ਨਲ ਮੀਡੀਆ ਤੇ ਉਹਦੇ ਵੱਲ ਅਸੀਂ ਧਿਆਨ ਨਹੀਂ ਦਿੱਤਾ। ਲੇਕਿਨ ਜੇ ਤੁਸੀਂ ਗੌਰ ਕੀਤਾ ਹੋਵੇ ਤਾਂ ਜ਼ੀ ਟੀਵੀ ਜਦੋਂ ਸਾਨੂੰ ਕਹਿ ਰਿਹਾ ਇਹ ਆਖੇ ਵੀ ਅਰਬਨ ਨਕਸਲ ਨੇ, ਇਹ ਤੁਸੀਂ ਜਾਣਦੇ ਹੋਣੇ ਸ਼ਾਇਦ ਥੋੜੀ ਦੇਰ ਪਹਿਲਾਂ ਵੀ ਇਹ ਗੌਰੀ ਲੰਕੇਸ਼ ਵਾਲਾ ਸਟicker ਸਾਡੇ ਤੇ ਲਾਇਆ ਤੇ ਗੌਰੀ ਲੰਕੇਸ਼ ਨਾਲ ਹਸ਼ਰ ਕੀ ਕੀਤਾ ਗਿਆ ਉਹ ਵੀ ਤੁਸੀਂ ਜਾਣਦੇ ਹੋ। ਜੇ ਉਹ ਸਾਡੇ ਤੇ ਇੰਨਾ ਵੱਡਾ ਹਿੱਟ ਮਾਰਿਆ ਉਹਨਾਂ ਨੇ, ਵਿਰੋਧੀ ਧਿਰ ਨੇ, ਇਹਦਾ ਮਤਲਬ ਮੇਰੇ ਖਿਆਲ ਸਾਡੀ ਇੰਟੈਂਸ਼ਨ ਕਲੀਅਰ ਹੋ ਜਾਂਦੀ ਹੈ ਕਿ ਅਸੀਂ ਕੀ ਕੰਮ ਕਰ ਰਹੇ ਤੇ ਕਿੱਧਰ ਨੂੰ ਤੁਰੇ ਤੇ ਕਿੰਨਾ ਚੀਜ਼ਾਂ ਲਈ ਤਿਆਰ ਹੈ ਹਨਾ, ਕਿਸ ਚੀਜ਼ ਲਈ ਅਸੀਂ ਮਨ ਆਪਣਾ ਰੈਡੀ ਕਰਕੇ ਚੱਲੇ ਆ। ਤੇ ਮੇਰਾ ਖਿਆਲ ਇਹ ਤੋਂ ਬਾਅਦ ਸਾਡੀ ਓਨੈਸਟੀ ਤੇ ਕੋਈ ਸ਼ੱਕ ਰਹਿ ਨਹੀਂ ਜਾਂਦਾ। ਤੇ ਬਾਕੀ ਸਾਰੇ ਜਿਹੜੇ ਵਿਚਾਰ ਨੇ ਅੰਦੋਲਨ ਦੀ ਸਫਲਤਾ ਤੋਂ ਬਾਅਦ ਜਿਹੜਾ ਵੀ ਮੰਚ ਹੋਵੇਗਾ, ਜਿੱਥੇ ਵੀ ਅਸੀਂ ਬੈਠ ਕੇ ਗੱਲ ਕਰ ਲਾਂਗੇ ਜੀ। ਹੁਣ ਇਹ ਗੱਲਾਂ ਦੇਖੋ, ਪੜਚੋਲ ਇਹ ਇੱਕ ਜਮਹੂਰੀ ਮਹਾਯੁੱਧ ਕਹਿਣਾ ਮੈਨੂੰ, ਇਹ ਜਮਹੂਰੀ ਮਹਾਯੁੱਧ ਹੈ। ਮਹਾਯੁੱਧ ਚ ਵਾਰਫਰੰਟ ਤੇ ਪੜਚੋਲਾਂ ਦਾ ਸਮਾਂ ਨਹੀਂ ਹੁੰਦਾ। ਪੜਚੋਲਾਂ ਜੰਗਾਂ ਦੀਆਂ, ਯੁੱਧਾਂ ਦੀਆਂ ਬਾਅਦ ਚ ਹੁੰਦੀਆਂ ਨੇ, ਵੀ ਕਿੱਥੇ ਸਹੀ ਸੀ ਅਸੀਂ, ਕਿੱਥੇ ਗਲਤ ਸੀਗੇ, ਕੌਣ ਸਹੀ ਸੀ ਤੇ ਕਿਹੜਾ ਗਲਤ ਸੀ, ਕਿਹੜਾ ਸੁਸਤ ਪੈ ਗਿਆ ਤੇ ਕਿਹੜਾ ਜ਼ਿਆਦਾ ਤੇਜ਼ ਹੋ ਗਿਆ, ਇਹ ਬਾਅਦ ਚ ਕਰਾਂਗੇ ਜੀ। ਮੈਂ ਫਿਲਹਾਲ ਤਾਂ ਠੀਕ ਹੈ ਸੁਨੀਤ ਮਾਵੀ, ਤੁਹਾਡਾ ਇੱਕ ਨਿਸ਼ਾਨਾ। ਮਾਵੀ ਜੀ, ਇੱਕ ਸੂਚਨਾ ਸਾਡੇ ਕੋਲ ਇਹ ਪਹੁੰਚ ਰਹੀ ਹੈ ਕਿ ਫੋਰਨ ਦੇ ਵਿੱਚ ਜਿੱਥੇ ਤੁਹਾਡੀ PDF ਪਹੁੰਚਦੀ ਪਈ ਹੈ ਅਖਬਾਰ ਦੀ, ਉਹ ਲੋਕ ਆਪ ਡਾਊਨਲੋਡ ਕਰਕੇ ਉਹਨੂੰ ਛਾਪ ਕੇ ਵੰਡਦੇ ਪਏ ਆ। ਤੁਹਾਡੇ ਕੋਲ ਵੀ ਇਹੋ ਜਿਹੀ ਕੋਈ ਸੂਚਨਾ ਹੈ? ਹਾਂਜੀ, ਸੂਚਨਾ ਨਹੀਂ, ਸਾਨੂੰ ਬਹੁਤ ਸਾਰੇ ਲੋਕ ਕਹਿੰਦੇ ਵੀ ਨੇ ਔਰ ਅਲੱਗ-ਅਲੱਗ ਸਟੇਟਸ ਤੋਂ ਵੀ ਸਾਨੂੰ ਏਦਾਂ ਫੋਨਸ ਵੀ ਆਉਂਦੇ, ਮੈਸੇजेस ਆਉਂਦੇ, ਲੋਕੀ ਫੋਨ ਨੰਬਰ ਲੱਭ ਕੇ ਫੋਨ ਕਰਦੇ ਆ। ਜਿਵੇਂ ਕੱਲ ਸਿਲੀਗੁੜੀ ਤੋਂ ਫੋਨ ਆਏ ਮੈਨੂੰ, ਹਨਾ, ਮਹਾਰਾਸ਼ਟਰ ਤੋਂ ਫੋਨ ਆਉਂਦੇ, ਵੱਖਰੀਆਂ ਸਟੇਟਾਂ ਤੋਂ, ਬਾਹਰਲੇ ਮੁਲਕਾਂ ਤੋਂ ਵੀ ਆਉਂਦੇ ਵੀ ਅਸੀਂ ਇਹਨੂੰ ਏਦਾਂ ਛਪਾ ਕੇ ਛਾਪ ਲਈਏ। ਤੇ ਅਸੀਂ ਕਹਿੰਦੇ ਵੀ ਆ ਤਾਂ ਸਾਡੇ ਲਈ ਬਹੁਤ ਵਧੀਆ ਗੱਲ ਹੈ, ਤੁਸੀਂ ਛਾਪੋ, ਇਹਨੂੰ ਇਸੇ ਤਰ੍ਹਾਂ ਫ੍ਰੀ ਵੰਡੋ, ਅੱਗੇ ਤੋਂ ਅੱਗੇ ਛਾਪ ਕੇ। ਸਿਰਫ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਉਹਦਾ ਕੰਟੈਂਟ ਨਾ ਬਦਲੇ, ਉਹਦੇ ਅਰਥ ਨਾ ਬਦਲਣ। ਕਿਸਾਨ ਮੋਰਚੇ ਦੀ ਸਫਲਤਾ ਲਈ ਜੋ ਟਰਾਲੀ ਟਾਈਮਸ ਲਿਖ ਰਿਹਾ, ਉਹ ਟਰਾਲੀ ਟਾਈਮਸ ਸਾਡਾ ਅਖਬਾਰ ਨੇ ਸਾਰਿਆਂ ਦਾ ਹੀ ਹੈ ਤੇ ਉਹਨੂੰ ਛਾਪ ਕੇ ਵੰਡਣ ਲਈ ਸਾਰਿਆਂ ਨੂੰ ਖੁੱਲੀ ਛੁੱਟੀ ਹੈ। ਬਸ ਉਹਦੇ ਅਰਥ ਨਾ ਬਦਲਣ, ਉਹੀ ਕੰਟੈਂਟ ਰਹੇ। ਤੇ ਸਿਰਫ ਪੰਜਾਬ ਨਹੀਂ, ਹਿੰਦੁਸਤਾਨ ਦੀਆਂ ਸਾਰੇ ਸਟੇਟਾਂ 'ਚ ਵੰਡਿਆ ਜਾ ਰਿਹਾ ਤੇ ਦੁਨੀਆ ਭਰ ਦੇ ਬਹੁਤ ਸਾਰੇ ਮੁਲਕਾਂ 'ਚ, ਆਸਟ੍ਰੇਲੀਆ 'ਚ, ਇਟਲੀ 'ਚ, ਅਮਰੀਕਾ 'ਚ, ਕੈਨੇਡਾ 'ਚ ਵੀ ਔਰ ਬਹੁਤ ਸਾਰੇ ਮੁਲਕਾਂ ਜਿਨ੍ਹਾਂ ਨੂੰ ਨਹੀਂ ਵੀ ਪਤਾ। ਅਜੇ ਤੱਕ ਕਾਮਨ ਡਿਸਕਲੇਮਰ ਪਾਤਾ ਆ ਇਹਨਾਂ ਸਾਰੀ ਰਿਕੁਐਸਟਾਂ ਤੋਂ ਬਾਅਦ ਵੀ ਕੋਈ ਵੀ ਇਹਨੂੰ ਛਾਪ ਸਕੇ, ਵੰਡ ਸਕਦਾ। ਇੰਗਲਿਸ਼ 'ਚ ਬਾਹਰ ਬਹੁਤ ਛਾਪੀ, ਸਾਨੂੰ ਅੰਗਰੇਜ਼ੀ ਦੇ ਲਈ ਬਾਹਰਲੇ ਮੁਲਕਾਂ ਦੇ ਦੋਸਤਾਂ ਮਿੱਤਰਾਂ ਨੇ ਬੜਾ ਕਿ ਅਸੀਂ ਛਾਪ ਲਈਏ, ਟ੍ਰਾਂਸਲੇਟ ਅਸੀਂ ਆਪ ਕਰ ਦਾਂਗੇ। ਅਸੀਂ ਕਿਹਾ ਨਹੀਂ, ਟ੍ਰਾਂਸਲੇਟ ਫਿਰ ਅਸੀਂ ਕਰਾ ਕੇ ਦਿੰਦੇ ਹਾਂ, ਉਹ ਵੀ ਸ਼ਬਦ ਹੈ। ਅੱਛਾ, ਠੀਕ ਹੈ। ਮਾਨਿਕ, ਇੱਕ ਹੋਰ ਸਵਾਲ ਹੈ ਕਿ ਜਿਵੇਂ ਕਿਸਾਨ ਜਥੇਬੰਦੀਆਂ ਕਲੈਕਟਿਵ ਡਿਸੀਜਨ ਲੈ ਰਹੀਆਂ, ਉਹ ਸਾਰੇ ਇੱਕ ਮੰਚ ਤੇ ਇਕੱਠੇ ਦਿਖਾਈ ਦਿੰਦੇ, ਹੋ ਸਕਦਾ ਕਈ ਵਾਰੀ ਵੱਖੋ ਵੱਖਰੇ ਬਿਆਨ ਹੁੰਦੇ, ਉਸ ਤੋਂ ਬਾਅਦ ਉਹਨਾਂ 'ਚ ਸਹਿਮਤੀ ਹੋ ਜਾਂਦੀ ਹੈ। ਜਿਵੇਂ ਤੁਸੀਂ ਸਾਰੇ ਲੋਕ ਡਟੇ ਹੋਏ ਹੋ, ਤੁਸੀਂ ਟਰੈਕਟਰ ਟਵਿੱਟਰ ਸ਼ੁਰੂ ਕਰ ਲਿਆ, ਸੁਰਮੀਤ ਮਾਵੀ ਨੇ ਟਰਾਲੀ ਟਾਈਮ ਸ਼ੁਰੂ ਕਰ ਲਿਆ, ਕਿਸਾਨ ਜਥੇਬੰਦੀਆਂ ਨੇ ਕਿਸਾਨ ਏਕਤਾ ਮੋਰਚਾ ਨਾਂ ਦੇ ਪੇਜ ਸ਼ੁਰੂ ਕੀਤੇ ਹੋਏ ਆ, ਉਹਨਾਂ 'ਤੇ ਉਹ ਆਪਦਾ ਸਾਰਾ ਦਿਖਾਉਂਦੇ ਰਹਿੰਦੇ ਆ। ਤੁਹਾਡੇ ਆਪਸ ਵਿੱਚ ਕੋਲੈਬੋਰੇਸ਼ਨ ਹੈ, ਆਪਸ ਵਿੱਚ ਗੱਲਬਾਤ ਹੁੰਦੀ ਹੈ ਤੁਹਾਡੇ ਲੋਕਾਂ ਦੀ ਜਾਂ ਨਹੀਂ ਹੁੰਦੀ?
ਦੇਖੋ ਕੇਪੀ ਜੀ, ਇਹਦੇ ਚ ਇਹ ਹੈ ਵੀ ਜਿੰਨੇ ਵੀ ਇਹੋ ਜਿਹੇ ਮਤਲਬ ਜਮਹੂਰੀ ਆਪਾਂ ਕਵਾਂਗੇ ਇਨੀਸ਼ੀਏਟਿਵ ਲੈ ਰਹੇ ਨੇ, ਚਾਹੇ ਉਹ ਕਿਸੇ ਵੀ ਤਰੀਕੇ ਨਾਲ ਲੈ ਰਹੇ ਨੇ, ਚਾਹੇ ਉਹ ਪੇਪਰ ਦੇ ਥਰੂ ਲੈ ਰਹੇ ਨੇ, ਚਾਹੇ ਉਹ ਪੇਜਿਸ ਦੇ ਥਰੂ ਲੈ ਰਹੇ ਨੇ, ਚਾਹੇ ਉਹ ਕਿਸੇ ਮੂਵਮੈਂਟ ਦੇ ਥਰੂ ਲੈ ਰਹੇ ਨੇ, ਉਹ ਸਾਰਿਆਂ ਦਾ ਅਸੀਂ ਬਿਲਕੁਲ ਤਹਿ ਦਿਲੋਂ ਵੈਲਕਮ ਵੀ ਕਰਦੇ, ਧੰਨਵਾਦ ਵੀ ਕਰਦੇ ਹਾਂ ਵੀ ਉਹ ਇਸ ਤਰ੍ਹਾਂ ਦੇ ਸਟੈਪ ਲੈ ਰਹੇ ਆ। ਸਾਨੂੰ ਬਹੁਤ ਖੁਸ਼ੀ ਹੁੰਦੀ ਆ ਦੇਖ ਕੇ ਵੀ ਸਾਡੇ ਨਾਲ ਦੇ ਹੋਰ ਵੀ ਲੋਕ ਨੇ। ਕੋਆਰਡੀਨੇਸ਼ਨ ਕਿਤੇ ਕਿਤੇ ਜੇ ਕੋਈ ਲੋੜ ਪੈਂਦੀ ਆ ਤਾਂ ਹੁੰਦੀ ਆ, ਬਟ ਹਜੇ ਐਸ ਸੱਚ ਕੋਈ ਜ਼ਿਆਦਾ ਕੋਆਰਡੀਨੇਸ਼ਨ ਨਹੀਂ ਹੋਈ। ਤੇ ਜੇ ਬਿਲਕੁਲ ਲੋੜ ਪੈਂਦੀ ਹੈ ਤਾਂ ਅਸੀਂ ਬਿਲਕੁਲ ਕੋਆਰਡੀਨੇਸ਼ਨ ਕਰਨ ਲਈ ਤਿਆਰ ਹਾਂ। ਤੇ ਇਹਦੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੈ, ਕਿਉਂਕਿ ਇਹ ਸਾਡਾ ਸਾਰਿਆਂ ਦਾ ਇੱਕੋ ਹੀ ਮਕਸਦ ਹੈਗਾ ਵੀ ਜਿਹੜਾ ਕਿਸਾਨੀ ਅੰਦੋਲਨ ਹੈ ਇਹਦੇ ਬਾਰੇ ਕੋਈ ਜਿਹੜਾ ਦੁਸ਼ਪ੍ਰਚਾਰ ਹੁੰਦਾ, ਜਿਹੜਾ ਘਟੀਆ ਪ੍ਰਚਾਰ ਹੁੰਦਾ, ਉਹਨੂੰ ਨੱਥ ਪਾਈ ਜਾਵੇ ਤੇ ਜਿਹੜੀ ਕਿਸਾਨਾਂ ਦੀ ਗੱਲ ਹੈ ਉਹ ਸਾਰੀ ਦੁਨੀਆ 'ਚ ਪਹੁੰਚਾਈ ਜਾਵੇ ਤੇ ਜਿਹੜੀ ਕੋਈ ਉੱਥੇ ਲੋੜ ਹੈ ਉਹਦੇ ਬਾਰੇ ਲੋਕਾਂ ਨੂੰ ਦੱਸਿਆ ਜਾਵੇ ਤੇ ਤਾਂ ਕਿ ਉਹ ਬਾਰੀ-ਬਾਰੀ ਮੌਕੇ ਤੇ ਪੂਰੀਆਂ ਹੁੰਦੀਆਂ ਰਹਿਣ। ਬਾਕੀ ਜਿਹੜਾ ਕੋਈ ਵੀ ਨੈਸ਼ਨਲ ਮੀਡੀਆ 'ਚ ਜਿੱਦਾਂ ਹੁਣ ਇੱਕ ਵਾਰ ਸੁਧੀਰ ਚੌਧਰੀ ਆਪਣੇ ਜੀ ਮੀਡੀਆ ਤੋਂ ਕਹਿ ਰਹੇ ਸੀਗੇ, ਕਹਿੰਦੇ ਜੀ ਜਿਹੜੇ ਕਿਸਾਨ ਨੇ ਉਹ ਜਿਹੜਾ ਹੈਸ਼ਟੈਗ ਟ੍ਰੈਂਡ ਕਰਾਉਣਾ ਜਾਂ ਕੋਈ ਟਵਿੱਟਰ ਤੇ ਇੰਨਾ ਕਾਊਂਟਰ ਕਰਨਾ, ਇਹ ਕੋਈ ਕਿਸਾਨਾਂ ਦੇ ਵੱਸ ਦੀ ਗੱਲ ਨਹੀਂ। ਮਤਲਬ ਇਹ ਕੋਈ ਵੱਡੀ ਪੇਡ ਸ਼ਕਤੀ ਲੱਗੀ ਹੋਈ ਹੈ ਇਹਨਾਂ ਦੇ ਸਾਹਮਣੇ ਤੇ ਮਤਲਬ ਉਹਨਾਂ ਨੂੰ ਇਹ ਨਹੀਂ ਪਤਾ ਵੀ ਲੋਕ ਕਿਵੇਂ ਆਪਣਾ ਕੰਮ ਛੱਡ ਕੇ ਕਿਸਾਨਾਂ ਦੇ ਲਈ ਟਾਈਮ ਕੱਢ ਰਹੇ ਆ। ਤੇ ਮਤਲਬ ਸਾਰੀਆਂ ਮੂਵਮੈਂਟਸ ਆ ਜਿਹੜੀਆਂ ਇਹ ਮਤਲਬ ਅਸੀਂ ਬਿਲਕੁਲ ਉਹਨਾਂ ਦਾ ਵੈਲਕਮ ਕਰਦੇ ਹਾਂ ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਜੇ ਮਤਲਬ ਸਾਨੂੰ ਕੋਈ ਕੰਮ ਕਰਨਾ ਪੈਂਦਾ ਕਿਸੇ ਨਾਲ ਵੀ ਰਲ ਕੇ ਇੱਕ ਕਾਜ਼ ਲਈ, ਕਿਉਂਕਿ ਸਾਡਾ ਕਾਜ਼ ਸੇਮ ਹੈ। ਠੀਕ ਹੈ ਮਾਨਿਕ, ਇੱਕ ਸਵਾਲ ਹੋਰ ਹੈ। ਜਦੋਂ ਤੁਸੀਂ ਲੋਕ ਇਹ ਸਾਰੀ ਕੰਪੇਨ ਸ਼ੁਰੂ ਕਰਦੇ ਹੋ ਤੇ ਸਾਡਾ ਭਾਈਚਾਰਾ ਇੱਕ ਦੂਜੇ ਦੇ ਵਿੱਚ ਗੁਫ਼ਤਗੂ ਹੁੰਦੀ ਹੈ, ਸਾਰੇ ਇੱਕ ਦੂਜੇ ਨਾਲ ਸਵਾਲ ਜਵਾਬ ਕਰਦੇ ਆ, ਉਹ ਕਹਿੰਦੇ ਮੀਡੀਆ ਡਿਕਲਾਈਨ ਤੇ ਹੈ ਜੇ ਇਹੋ ਜਿਹੀਆਂ ਮੂਵਮੈਂਟ ਸ਼ੁਰੂ ਹੋ ਰਹੀਆਂ ਤੇ ਮੀਡੀਆ ਤੇ ਖਤਰਾ ਵੀ ਹੈ ਜੇ ਇਹੋ ਜਿਹੀਆਂ ਮੂਵਮੈਂਟ ਸ਼ੁਰੂ ਹੋ ਰਹੀਆਂ। ਮਾਨਿਕ, ਤੁਸੀਂ ਵੀ ਇਹੀ ਸੋਚ ਕੇ ਸ਼ੁਰੂ ਕੀਤਾ ਕਿ ਜਿਹੜਾ ਮੀਡੀਆ ਹੱਕ ਸੱਚ ਦੀ ਗੱਲ ਨਹੀਂ ਕਰ ਰਿਹਾ ਉਹਦੇ ਲਈ ਖਤਰਾ ਬਣ ਜਾਓ? ਨਹੀਂ, ਖਤਰਾ ਦੇਖੋ ਜੀ, ਜਿਹੜਾ ਕੋਈ ਵੀ ਚਾਹੇ ਉਹ ਮੀਡੀਆ ਚਾਹੇ ਕੋਈ ਵੀ ਕਿਸੇ ਵੀ ਤਰੀਕੇ ਦਾ ਕੋਈ ਮੁਹਿੰਮ ਹੈ ਜਿਹੜੀ ਮਤਲਬ ਝੂਠ ਕਹਿ ਰਹੀ ਹੈ, ਕੋਈ ਇੱਕ ਪਬਲਿਕ ਮੂਵਮੈਂਟ ਨੂੰ ਬਦਨਾਮ ਕਰ ਰਹੀ ਹੈ, ਉਹਦੇ ਬਾਰੇ ਗਲਤ ਏਜੰਡਾ ਫੈਲਾ ਰਹੀ ਹੈ, ਉਹਨੂੰ ਬੇਸਿਕਲੀ ਉਹਨੂੰ ਬੇਸ਼ੱਕ ਬੰਦ ਹੋ ਜਾਣਾ ਚਾਹੀਦਾ। ਬੇਸ਼ੱਕ ਉਹਨੂੰ ਉਹਦਾ ਮਤਲਬ ਮੂੰਹ ਬੰਦ ਕਰਨਾ ਚਾਹੀਦਾ ਲੋਕਾਂ ਨੂੰ ਇਸ ਤਰ੍ਹਾਂ ਦੇ ਮਤਲਬ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਲੈ ਕੇ। ਤੇ ਉਹ ਕਰਨ ਵੀ ਕਿਉਂ ਨਾ, ਜਿਹੜੇ ਹੁਣ ਮਤਲਬ ਇੱਕ ਸੱਤਾ ਦੇ ਹੱਕ 'ਚ ਭੁਗਤ ਰਹੇ ਆ, ਸੱਤਾ ਦੇ ਹੱਕ 'ਚ ਭੁਗਤ ਕੇ ਇਹੋ ਜਿਹੇ ਇੰਨੇ ਵਧੀਆ ਦੇਖੋ ਸ਼ਾਂਤਮਈ ਅੰਦੋਲਨ, ਐਡਾ ਵੱਡਾ ਅੰਦੋਲਨ, ਇਹਨੂੰ ਮਤਲਬ ਕੋਈ ਖਾਲਿਸਤਾਨੀ, ਕੋਈ ਵੱਖਵਾਦੀ, ਕੋਈ ਕਹੀ ਜਾਂਦਾ ਜੀ ਇਹ ਫੰਡਿੰਗ ਹੋ ਰਹੀ ਹੈ, ਕੋਈ ਕਹੀ ਜਾਂਦਾ ਕਿਸਾਨ ਪਿੱਜ਼ੇ ਕਿਉਂ ਖਾ ਰਹੇ ਆ, ਕੋਈ ਕਹੀ ਜਾਂਦਾ ਇੰਨੀਆਂ ਗੱਡੀਆਂ ਕਿੱਥੋਂ ਆ ਗਈਆਂ। ਮਤਲਬ ਇਹੋ ਜਿਹੇ ਮੀਡੀਆ, ਕੋਈ ਕਹੀ ਜਾਂਦਾ ਇੰਨੇ ਟੈਂਟਾਂ ਦਾ ਅਰੇਂਜਮੈਂਟ ਕਿਹਨੇ ਕੀਤਾ ਦੱਸੋ, ਇਹ ਬਾਹਰਲੀ ਫੰਡਿੰਗ ਹੋਈ ਜਾਂਦਾ, ਚਾਈਨਾ ਤੋਂ ਫੰਡਿੰਗ, ਇਹਨਾਂ ਦਾ ਮਤਲਬ ਬਿਲਕੁਲ ਬੰਦ ਹੋਣਾ ਚਾਹੀਦਾ। ਸਾਡਾ ਮਤਲਬ ਮਕਸਦ ਇਹੀ ਹੈ ਵੀ ਲੋਕਾਂ ਤੱਕ ਸਹੀ ਇਨਫੋਰਮੇਸ਼ਨ ਪਹੁੰਚਾਈ ਜਾਵੇ ਤੇ ਜਿਹੜਾ ਇਹੋ ਜਿਹਾ ਏਜੰਡਾ ਉਹਨੂੰ ਕਾਊਂਟਰ ਕੀਤਾ ਜਾਵੇ। ਚਲੋ ਇੱਕ ਹੋਰ ਛੋਟਾ ਜਿਹਾ ਵਕਫਾ ਲਊਂਗਾ, ਵਕਫੇ ਤੋਂ ਵਾਪਸ ਆਵਾਂਗੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੋਨਾਂ ਮਹਿਮਾਨਾਂ ਤੋਂ ਸਮਝ ਸਕੀਏ ਕਿ ਅਸਲ ਵਿੱਚ ਇਹ ਕਹਿਣਾ ਕੀ ਚਾਹੁੰਦੇ ਆ, ਅਸਲ ਵਿੱਚ ਇਹਨਾਂ ਦਾ ਮਿਸ਼ਨ ਹੈ ਕੀ ਹੈ। ਤੇ ਇਹ ਸਾਰੇ ਜਾਂ ਸਮਝਣ ਦੇ ਲਈ ਅੱਜ ਅਸੀਂ ਇਹਨਾਂ ਨੂੰ ਸੱਦਿਆ ਤੇ ਜਦੋਂ ਸਵਾਲ ਸਾਡੇ ਮੀਡੀਆ ਤੇ ਉੱਠਦਾ ਜਿੰਦੇ ਵਿੱਚ ਅਸੀਂ ਕੰਮ ਕਰਦੇ, ਜਿੰਦੇ ਵਿੱਚ ਅਸੀਂ ਵਿਚਰਦੇ ਹਾਂ, ਤਾਂ ਉਦੋਂ ਸਵੈ ਪੜਚੋਲ ਦਾ ਮੌਕਾ ਵੀ ਮਿਲਦਾ ਜਦੋਂ ਅਸੀਂ ਇਹਨਾਂ ਲੋਕਾਂ ਨਾਲ ਗੱਲ ਕਰਦੇ ਹਾਂ। ਵਾਪਸ ਆ ਕੇ ਆਖਰੀ ਹਿੱਸੇ ਵਿੱਚ ਹੋਵਾਂਗੇ। ਕਿਸਾਨ ਅੰਦੋਲਨ ਨੇ ਮੀਡੀਆ ਨੂੰ ਕਿਹੜੇ ਸਵਾਲਾਂ ਦੇ ਕਟਹਿਰੇ 'ਚ ਖੜਾ ਕੀਤਾ? ਸਰਮੀਤ ਮਾਵੀਹਰਾ ਨੇ ਜਿੱਥੇ ਵੱਖ-ਵੱਖ ਫਿਲਮਾਂ ਦੇ ਲਈ ਲਿਖਿਆ, ਉੱਥੇ ਸਰਮੀਤ ਮਾਵੀਹਰਾ ਨੇ ਵੱਖ-ਵੱਖ ਚੈਨਲਸ ਦੇ ਵਿੱਚ ਵੀ ਕੰਮ ਕੀਤਾ ਹੋਇਆ। ਸਰਮੀਤ ਮਾਵੀ, ਤੁਹਾਡੀ ਬਹੁਤ ਸਮਝ ਆ, ਤੁਸੀਂ ਬੜੇ ਪੜ੍ਹਦੇ ਲਿਖਦੇ ਵੀ ਹੋ ਜਿੰਨਾ ਮੈਂ ਤੁਹਾਨੂੰ ਜਾਣਦਾ। ਸਰਮੀਤ ਮਾਵੀ, ਸਾਰੇ ਮੀਡੀਆ ਨੂੰ ਅਸੀਂ ਇੱਕੋ ਰੱਸੇ ਤਾਂ ਬੰਨ੍ਹ ਨਹੀਂ ਸਕਦੇਗੇ। ਤੁਸੀਂ ਜਦੋਂ ਸਾਰਾ ਮੀਡੀਆ ਮੇਨ ਸਟ੍ਰੀਮ ਮੀਡੀਆ ਬਾਰੇ ਇੱਕੋ ਸਵਾਲ ਖੜਾ ਕੀਤਾ ਜਾਂਦਾ, ਮੈਂ ਉਹ ਸ਼ਬਦ ਨਹੀਂ ਬੋਲਦਾਗਾ, ਮੈਂ ਕਦੇ ਇਸ ਮੰਚ ਤੋਂ ਉਹ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਦਾਗਾ। ਜਦੋਂ ਮੀਡੀਆ ਨੂੰ ਹੋਰ ਤਰੀਕੇ ਨਾਲ ਪਰਿਭਾਸ਼ਿਤ ਕੀਤਾ ਜਾਂਦਾ, ਸਰਮੀਤ ਮਾਵੀ, ਤੁਹਾਡੀ ਨਜ਼ਰ ਦੇ ਵਿੱਚ, ਤੁਸੀਂ ਖੁਦ ਪੱਤਰਕਾਰਤਾ ਦੀ ਪੜ੍ਹਾਈ ਦੇ ਵਿਦਿਆਰਥੀ ਹੋ, ਸਰਮੀਤ ਮਾਵੀ, ਤੁਹਾਨੂੰ ਸਾਰਾ ਮੀਡੀਆ ਖਰਾਬ ਲੱਗਦਾ ਭਾਰਤ ਦਾ? ਨਹੀਂ, ਐਸੀ ਗੱਲ ਨਹੀਂ ਹੈ, ਪਰ ਜਿਸ ਮੀਡੀਆ ਦੀ ਰੀਚ ਸਭ ਤੋਂ ਵੱਡੀ ਹੈ, ਇੱਕ ਲੌਬੀ ਚੈਨਲਸ ਦੀ ਹੈਗੀ ਹੈ ਜਿਹੜੀ ਇੱਕ ਬੜੀ ਡਿਜ਼ਾਈਨਡ ਹੈ, ਜਿਹੜੀ ਪੱਤਰਕਾਰਤਾ ਨਹੀਂ ਕਰ ਰਹੀ, ਪ੍ਰੋਪੇਗੈਂਡਾ ਕਰ ਰਹੀ ਹੈ। ਦੇਖੋ, ਜਰਨਲਿਜ਼ਮ ਤੇ ਪ੍ਰੋਪੇਗੈਂਡਾ 'ਚ ਕੁਝ ਫਰਕ ਹੁੰਦਾ। ਤੁਸੀਂ ਆਪ ਜਰਨਲਿਜ਼ਮ, ਉਹ ਸਾਨੂੰ ਪ੍ਰੋਪੇਗੈਂਡਾ ਲੱਗ ਰਿਹਾ ਸੀਗਾ ਵੀ ਇੱਕ ਫੈਕਚੁਅਲ ਜਰਨਲਿਜ਼ਮ ਹੈ। ਕੁਝ ਚੈਨਲਸ ਹੈਗੇ ਵਧੀਆ ਜਿਨ੍ਹਾਂ ਨੂੰ ਅਸੀਂ ਦੇਖਦੇ ਹਾਂ, ਜਿਨ੍ਹਾਂ ਨੂੰ ਤੇ ਦੇਸ਼ ਯਕੀਨ ਕਰਦਾ ਆ, ਪਰ ਉਹਨਾਂ ਦੀ ਜੇ ਰੀਚ ਘਟਾਈ ਜਾ ਰਹੀ ਹੈ ਤੇ ਉਹਦੇ ਮੁਕਾਬਲੇ 'ਚ 10 ਵੱਡੇ ਚੈਨਲ ਇਕੱਠੇ ਹੋ ਕੇ 10 ਜਾਂ 6 ਜਿੰਨੇ ਵੀ ਹੈਗੇ, ਉਹ ਜਿਹੜਾ ਇੱਕ ਕੰਪਰੋਮਾਈਜ਼ ਮੀਡੀਆ, ਮੈਂ ਨਾਮ ਲੈਣਾ ਨਹੀਂ ਚਾਹੁੰਦਾ, ਉਸੇ ਹੀ ਜਾਣਦੇ ਨੇ, ਪੂਰਾ ਹਿੰਦੁਸਤਾਨ ਜਾਣਦਾ। ਹੁਣ ਜੇ ਉਹ ਦੇਖੋ ਬੁਲੇਟਿਨ ਦੇ ਵਿੱਚ ਤਾਂ ਕੋਈ ਐਡੀਟੋਰੀਅਲ ਪਾਲਿਸੀ ਨਹੀਂ ਹੁੰਦੀ ਨਾ। ਮੈਂ ਕਿਹਾ ਜੀ ਡਿਬੇਟ ਡਿਸਕਸ਼ਨਸ ਦੇ ਜਿਹੜੇ ਪਲੇਟਫਾਰਮਸ ਨੇ ਚੈਨਲ ਦੇ ਉੱਤੇ,
ਉਹ ਇੱਕ ਐਡੀਟੋਰੀਅਲ ਪਾਲਿਸੀ ਹੁੰਦੀ ਹੈ, ਜਿਵੇਂ ਅਖਬਾਰ ਦੇ ਐਡੀਟੋਰੀਅਲ ਪੇਜ ਦੇ ਉੱਤੇ ਓਪੀਨੀਅਨ ਪੇਜ ਹੁੰਦਾ, ਉਹ ਜੇ ਇੱਕ ਪ੍ਰੋਪੇਗੈਂਡਾ ਦੀ ਪਾਲਿਸੀ ਨਾਲ ਚੱਲ ਰਹੇ ਆ ਤਾਂ ਸਿੱਧੀ ਗੱਲ ਹੈ ਫਿਰ ਅਸੀਂ ਕੁਝ ਕੁ ਚੈਨਲ ਹੈਗੇ ਆ ਉਹ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਆ, ਤੇ ਉਹਦੇ ਨਾਲ ਫਿਰ ਅਸੀਂ ਜਿਹੜੇ ਛੋਟੇ ਛੋਟੇ ਪੈਰਲਲ ਇੰਡੀਪੈਂਡੈਂਟ ਮੀਡੀਆ ਹੈਗਾ ਸਾਡੇ ਨਾਲ, ਦੇਖੋ ਰੀਜਨਲ ਚੈਨਲਸ ਨਾਲ ਆਏ, ਤੁਸੀਂ ਤੁਹਾਡੇ ਚੈਨਲ ਨੇ ਸਾਡੀ ਗੱਲ ਕੀਤੀ ਹੈ, ਹੋਰ ਵੀ ਪੰਜਾਬੀ ਚੈਨਲ ਨੇ ਕੰਮ ਕੀਤੀ, ਨੈਸ਼ਨਲ ਮੀਡੀਆ ਦੇ ਉੱਤੇ ਜਿਹੜਾ ਹਿੰਦੀ ਸਪੀਕਿੰਗ ਬੈਲਟ ਤੱਕ ਅਸੀਂ ਗੱਲ ਪਹੁੰਚਾਉਣੀ ਚਾਹੁੰਦੇ ਸੀਗੇ ਕਿ ਇਹ ਦੇਸ਼ ਦਾ ਅੰਦੋਲਨ ਹੈ, ਇਹ ਸਾਰੇ ਫਾਲਸ ਨੈਰੇਟਿਵ ਨੇ, ਪੰਜਾਬ ਦੇ ਮੁੱਠੀ ਭਰ ਕਿਸਾਨ ਨਹੀਂ ਹੈਗੇ ਦੇਸ਼, ਤੇ ਫਿਰ ਜੇ ਉਹ ਸਾਡੀ ਗੱਲ ਨਾ ਕਰਾਂਗੇ ਅਸੀਂ ਕਰਾਂਗੇ ਤੇ ਭਾਵੇਂ ਥੋੜੀ ਜਿਹੀ ਹੋਰ ਉੱਚੀ ਆਵਾਜ਼ 'ਚ ਕਰਕੇ ਕਿਤੇ ਤਾਂ ਗੱਲ ਪਹੁੰਚੂਗੀ, ਫਿਰ ਉਹਨਾਂ ਰਾਹੀਂ ਛੋਟੇ ਜੇ ਉਹ 6 ਚੈਨਲ ਨਹੀਂ ਚਲਾਉਂਦੇ ਤਾਂ ਅਸੀਂ 1000 ਛੋਟੇ ਫੋਰਮਸ ਚੈਨਲਸ ਤੱਕ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਹੋਰ ਪਹੁੰਚਾਵਾਂਗੇ ਤੇ ਅਸੀਂ ਇਕੱਠੇ ਐਕਿਊਮੂਲੇਟਿਡ ਹੋਣਾ ਗਾਹ ਤੱਕ ਪਹੁੰਚੂਗੀ। ਇਹ ਸਾਡਾ ਮਕਸਦ ਸੀਗਾ ਜੀ। ਇੱਕ ਬਹੁਤ ਇੱਕਾ ਦੁੱਕਾ ਚੈਨਲ ਹੈਗੇ ਜਿਨ੍ਹਾਂ ਨੇ ਸਹੀ ਪੱਤਰਕਾਰੀ ਦਾ ਸਬੂਤ ਦਿੱਤਾ ਜੀ, ਤੁਹਾਨੂੰ ਮਾਣ ਹੈ ਉਹਨਾਂ ਦਾ। ਠੀਕ ਹੈ ਸੁਮੀਤ ਮਾਵੀ, ਸੱਤਾ ਸਾਰੇ ਪੁਆਇੰਟਸ 'ਤੇ ਤਾਂ ਗਲਤ ਹੋ ਨਹੀਂ ਸਕਦੀ, ਸੱਤਾ ਕੁਝ ਪੁਆਇੰਟਸ 'ਤੇ ਆਪਦੀ ਗੱਲ ਵੀ ਰੱਖਦੀ ਹੈ ਤੇ ਮੀਡੀਆ ਦਾ ਕੰਮ ਹੁੰਦਾ ਸੱਤਾ ਦਾ ਪੱਖ ਵੀ ਲੈਣਾ। ਤੁਸੀਂ ਸੱਤਾ ਨੂੰ ਸਪੇਸ ਦੇ ਰਹੇ ਹੋ, ਸੱਤਾ ਦੇ ਪੱਖ ਨੂੰ ਸਪੇਸ ਦੇ ਰਹੇ ਹੋ, ਜਾਂ ਸਿਰਫ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਲੋਕ ਸ਼ਾਮਲ ਆ ਬਾਰਡਰ ਤੇ ਬੈਠੇ ਸਿਰਫ ਉਹਨਾਂ ਦਾ ਪੱਖ ਦੇ ਰਹੇ ਹੋ? ਸੁਮੀਤ ਮਾਵੀ, ਦੇਖੋ ਪੱਤਰਕਾਰੀ ਦਾ ਮਤਲਬ ਜਿਹੜੀ ਅਸੀਂ ਪੱਤਰਕਾਰੀ ਕਰ ਰਹੇ ਹਾਂ, ਅਸੀਂ ਆਪਣਾ ਪੱਖ ਰੱਖ ਰਹੇ ਹਾਂ, ਅਸੀਂ ਤਾਂ ਪ੍ਰੋਪੇਗੈਂਡਾ ਤਾਂ ਕਰ ਹੀ ਨਹੀਂ ਰਹੇ। ਉਹਦੇ 'ਚ ਸੱਤਾ ਨੂੰ ਪੱਖ ਦੇਣਾ ਜਾਂ ਨਹੀਂ ਦੇਣਾ, ਜਿੱਥੇ ਉਹ ਜਵਾਬ ਅਸੀਂ ਇਦਾਂ ਹੀ ਲਿਖਾਂਗੇ ਵੀ ਸੱਤਾ ਇਹ ਕਹਿ ਰਹੀ ਹੈ ਪਰ ਸਾਡਾ ਇਹ ਕਹਿਣਾ ਹੈ, ਇਸ ਫੈਕਟਸ ਨੂੰ ਵੀ ਪੁੱਟ ਦ ਫੈਕਟਸ ਟੁਗੇਦਰ। ਉਹਦੇ 'ਚ ਸਹੀ ਨਿਰਣਾ ਤੁਸੀਂ ਟੋਲੀ ਟਾਈਮਸ ਨੂੰ ਜਦੋਂ ਦੇਖ ਰਹੇ ਹੋਵੋਗੇ, ਸਰਕਾਰ ਦਾ ਰਵੱਈਆ ਅਸੀਂ ਕੋਟ ਕਰਦੇ ਹਾਂ, ਪਰ ਆਪ ਇੱਕ ਗੱਲ ਤਾਂ ਹੈਗੀ ਹੈ ਕਿ ਅਸੀਂ, ਹਾਲਾਂਕਿ ਸਾਡਾ ਡਿਸਕਲੇਮਰ ਹੈ, ਅਸੀਂ ਸੰਯੁਕਤ ਕਿਸਾਨ ਮੋਰਚੇ ਦਾ ਆਫੀਸ਼ੀਅਲ ਮਾਊਥਪੀਸ ਬੁਲਾਰਾ ਨਹੀਂ ਹੈ, ਨਾਲ ਅਸੀਂ ਇਹ ਕਿਹਾ ਵੀ ਅਸੀਂ ਇਸ ਅੰਦੋਲਨ ਦਾ ਸਮਰਥਨ ਕਰ ਰਹੀ ਇੱਕ ਟੀਮ ਹੈ, ਇੱਕ ਆਜ਼ਾਦ ਅਖਬਾਰ ਹੈ, ਤੇ ਹਾਂ ਅਸੀਂ ਸੰਯੁਕਤ ਕਿਸਾਨ ਮੋਰਚੇ ਹੀ ਗੱਲ ਰੱਖ ਰਹੇ ਹਾਂ, ਤੇ ਲੇਕਿਨ ਫੈਕਚੁਅਲ ਰੱਖ ਰਹੇ ਹਾਂ, ਉਹਦੇ ਲਾਗ ਲਪੇਟ ਕੋਈ ਵੀ ਨਹੀਂ ਹੈਗੀ ਜੇ ਤੁਸੀਂ ਅਖਬਾਰ ਤੇ ਦੇਖ ਸਕੋ। ਠੀਕ ਹੈ ਮਾਨਿਕ, ਇੱਕ ਬਹੁਤ ਵੱਡਾ ਪਾੜਾ ਜਿਹੜਾ ਉਹ ਸਮਝਾਇਆ ਨਹੀਂ ਜਾ ਰਿਹਾ ਹੈਗਾ ਪ੍ਰੋਡਿਊਸਰ ਤੇ ਕੰਜ਼ਿਊਮਰ ਦਾ। ਇਹ ਮਾਮਲਾ ਸਿਰਫ ਪ੍ਰੋਡਿਊਸਰ ਤੱਕ ਸੀਮਿਤ ਰੱਖਿਆ ਹੋਇਆ ਹੈ। ਮੈਂ ਹਰ ਚਰਚਾ ਦੇ ਵਿੱਚ ਸਵਾਲ ਖੜਾ ਕਰ ਰਿਹਾ ਮਾਨਿਕ, ਤੁਸੀਂ ਪ੍ਰੋਡਿਊਸਰ ਤੇ ਕੰਜ਼ਿਊਮਰ ਦੇ ਵਿਚਾਲੇ ਪਾੜਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਸਿਰਫ ਜਿਹੜਾ ਇੱਕ ਪ੍ਰੋਪੇਗੈਂਡਾ ਫੈਲਾਇਆ ਜਾ ਰਿਹਾ ਉਸ ਦੇ ਖਿਲਾਫ ਤੁਸੀਂ ਕਾਊਂਟਰ ਕਰ ਰਹੇ ਹੋ? ਮੇਨ ਮੁੱਦਾ ਤਾਂ ਦੇਖੋ, ਮੇਨ ਮੁੱਦਾ ਤਾਂ ਜਿਹੜਾ ਪ੍ਰੋਪੇਗੈਂਡਾ ਹੈਗਾ ਉਹਨੂੰ ਕਾਊਂਟਰ ਕਰਨਾ ਸੀਗਾ, ਤੇ ਜਿਹੜਾ ਕੰਜ਼ਿਊਮਰ ਐਂਡ ਤੇ ਬੈਠਾ ਉਹਦੇ ਤੱਕ ਸਹੀ ਇਨਫੋਰਮੇਸ਼ਨ ਪਹੁੰਚਾਉਣ ਦਾ ਸੀਗਾ। ਜਿਹੜੀ ਮਤਲਬ ਇੱਕ ਅੰਦੋਲਨ ਹੈ, ਜਿਹੜਾ ਇੱਕ ਕਿਸਾਨਾਂ ਦੀ ਐਡੀ ਵੱਡੀ ਮੂਵਮੈਂਟ ਚੱਲ ਰਹੀ ਆ, ਜਦੋਂ ਉਹਦੇ ਬਾਰੇ ਮਤਲਬ ਦੇਸ਼ ਦੇ ਵੱਡੇ ਚੈਨਲ ਗੱਲ ਨਹੀਂ ਕਰਨਗੇ, ਪੰਜਾਬ 'ਚ ਬੈਠੇ ਸੀ ਉਦੋਂ ਗੱਲ ਨਹੀਂ ਕੀਤੀ, ਜਦੋਂ ਇੱਥੇ ਆ ਕੇ ਬੈਠੇ ਉਦੋਂ ਗੱਲ ਨਹੀਂ ਕੀਤੀ, ਉਦੋਂ ਇਲਜ਼ਾਮ ਲਾਏ ਗਏ ਹਨਾ, ਜਦੋਂ ਫਿਰ ਟਵਿੱਟਰ ਤੇ ਚੱਲੀਆਂ ਚੀਜ਼ਾਂ, ਇਹ ਡੇਲੀ ਚੱਲਿਆ ਸਾਰਾ ਸਿਸਟਮ, ਉਸ ਤੋਂ ਬਾਅਦ ਗੱਲਾਂ ਕਰਨ ਲੱਗੇ ਤਾਂ ਉਹ ਵੀ ਪੁੱਠੀਆਂ ਹਨਾ। ਕੁਛ ਇੱਕ ਦੋ ਚੈਨਲ ਹੈਗੇ ਜਿਨ੍ਹਾਂ ਨੇ ਗੱਲ ਕੀਤੀ, ਜਿੱਦਾਂ NDTV ਆ, ਉਹਨਾਂ ਨੇ ਸਾਡੀ ਟੀਮ 'ਚੋਂ ਬੰਦਿਆਂ ਨਾਲ ਗੱਲ ਕੀਤੀ, ਤੇ ਮਤਲਬ ਅਸੀਂ ਐਪਰੀਸ਼ੀਏਟ ਕਰਦੇ ਹਾਂ ਇਹ ਜਿਹਾ ਨੂੰ। ਪਰ ਜਿਹੜਾ ਇੱਕ ਪਾੜਾ ਆ, ਉਹ ਪਾੜਾ ਏਦਾਂ ਆਪਣੇ ਆਪ ਨਹੀਂ ਪਿਆ ਕਿ ਵੀ ਜੀ ਉਹਨੂੰ ਪਾਇਆ ਗਿਆ ਹੈਗਾ ਸੱਤਾ ਦੇ ਹੱਕ 'ਚ ਭੁਗਤ ਕੇ। ਜਿਹੜੇ ਚੈਨਲ ਨੇ ਨਾ, ਜਿਹੜੇ ਮਤਲਬ ਆਪਾਂ ਜਿਨ੍ਹਾਂ ਨੂੰ ਕਹਿੰਦੇ ਆ ਵੀ ਸਰਕਾਰ ਦੇ ਹੱਕ 'ਚ ਭੁਗਤਦੇ ਆ, ਉਹ ਜਿਹੜੇ ਕੰਜ਼ਿਊਮਰ ਦੇ ਵਿਚਾਲੇ ਉਹ ਪਾੜਾ ਪਾਇਆ ਗਿਆ, ਉਹਨਾਂ ਤੱਕ ਸਹੀ ਇਨਫੋਰਮੇਸ਼ਨ ਨਹੀਂ ਪਹੁੰਚਾਉਂਦੇ। ਅਸੀਂ ਉਹ ਇਨਫੋਰਮੇਸ਼ਨ ਨੂੰ ਫਿਲ ਕੀਤਾ ਵੀ ਅਸੀਂ ਸਿਰਫ ਉਹਨਾਂ ਤੱਕ ਇਹੀ ਪਹੁੰਚਾਉਂਦੇ ਆ ਵੀ ਜਿਹੜੀ ਇਹ ਜਾਣਕਾਰੀ ਦੇ ਰਹੇ ਆ, ਜਿਹੜੇ ਇਹ ਕਹਿ ਰਹੇ ਆ ਵੀ ਇਹ ਜਿਹੜੇ ਟੈਂਟ ਆ, ਇਹ ਕਿਸੇ ਨੇ ਕਿਤੋਂ ਪਤਾ ਨਹੀਂ ਕਿੱਥੋਂ ਵੱਡੇ ਫੰਡਡ ਹੋਏ ਆ, ਏਦਾਂ ਕੁਛ ਨਹੀਂ ਹੈ। ਇਹ ਲੋਕ ਆਪਣੇ ਘਰਾਂ ਤੋਂ ਲੈ ਕੇ ਆਏ ਸਮਾਨ, ਜਿਹੜੀ ਇਹ ਲੱਕੜ ਹੈ ਇਹ ਅਸੀਂ ਆਪ ਭੇਜ ਰਹੇ ਹਾਂ, ਇਹ ਅਸੀਂ ਆਪ ਲੋਕ ਲਿਆ ਰਹੇ ਆ, ਮਤਲਬ ਏਦਾਂ ਕੁਝ ਵੀ ਨਹੀਂ ਹੈ। ਉਹ ਇਨਫੋਰਮੇਸ਼ਨ ਨੂੰ ਅਸੀਂ ਚੰਗੇ ਤਰੀਕੇ ਨਾਲ ਲੋਕਾਂ ਤੱਕ, ਕੰਜ਼ਿਊਮਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਮਾਨਿਕ, ਤੁਹਾਨੂੰ ਕਿਸਾਨ ਜਥੇਬੰਦੀਆਂ ਨੇ ਉਸ ਤਰੀਕੇ ਨਾਲ ਔਨ ਕੀਤਾ, ਉਸ ਤਰੀਕੇ ਨਾਲ ਮਾਨਤਾ ਦਿੱਤੀ ਹੈ ਜਿਸ ਤਰੀਕੇ ਨਾਲ ਦੇਣੀ ਬਣਦੀ ਹੈ? ਨਹੀਂ ਜੀ, ਅਸੀਂ ਇਹ ਸਾਡਾ ਡਿਸਕਲੇਮਰ ਹੈ ਕਿ ਅਸੀਂ ਮਤਲਬ ਕਿਸੇ ਵੀ ਕਿਸਾਨ ਜਥੇਬੰਦੀ ਦੇ ਮਾਊਥਪੀਸ ਨਹੀਂ ਆ ਜਾਂ ਉਹਨਾਂ ਦੇ ਬੁਲਾਰੇ ਨਹੀਂ ਹੈਗੇ। ਬਸ ਸਾਡਾ ਇੱਕ ਇਹ ਇੰਡੀਪੈਂਡੈਂਟ ਇਨੀਸ਼ੀਏਟਿਵ ਆ, ਟਰੈਕਟਰ ਟੂ ਟਵਿੱਟਰ, ਤਾਂ ਕਿ ਅਸੀਂ ਕਿਸਾਨਾਂ ਦੀ ਸਪੋਰਟ ਕਰ ਸਕੀਏ। ਉਹਨਾਂ ਮਤਲਬ ਆਪਾਂ ਜਿਹੜੇ ਪੰਜਾਬ ਦਾ ਯੂਥ ਬੈਠਾ ਹੈਗਾ ਉਹਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਇਕੱਠੇ ਕਰਕੇ ਬੇਸਿਕਲੀ ਜਿਹੜੇ ਗਲਤ ਟਰੋਲਸ ਨੇ, ਜਿਹੜੇ ਗਲਤ ਚੈਨਲ ਨੇ, ਗਲਤ ਇਨਫੋਰਮੇਸ਼ਨ ਫੈਲਾਉਂਦੇ ਆ, ਉਹਨਾਂ ਨੂੰ ਕਾਊਂਟਰ ਕਰ ਸਕੀਏ, ਤੇ ਜਿਹੜੀ ਵੀ ਤਰ੍ਹਾਂ ਦੀਆਂ ਜਿਵੇਂ ਚੀਜ਼ਾਂ ਹੁੰਦੀਆਂ ਨੇਗੀਆਂ, ਲੋੜ ਹੈਗੀ, ਉਹਨਾਂ ਨੂੰ ਪੂਰਾ ਕਰ ਸਕੀਏ। ਕੋਸ਼ਿਸ਼ ਕਰਦੇ ਆ ਮਤਲਬ ਇਹੀ, ਤਾਂ ਕਿ ਜਿਹੜਾ ਅੰਦੋਲਨ ਆ ਸਾਡਾ ਸਫਲ ਹੋ ਸਕੇ। ਮਾਨਿਕ, ਪੰਜਾਬ ਦੇ ਯੂਥ ਬਾਰੇ ਤਾਂ ਇਹ ਕਿਹਾ ਜਾਂਦਾ ਸਿਰਫ ਇਹ ਨਸ਼ੇ ਕਰਦਾ। ਨਹੀਂ ਜੀ, ਬਿਲਕੁਲ ਗਲਤ ਹੈ। ਤੁਸੀਂ ਜਿਹੜੇ ਸਾਡੇ ਦਰਸ਼ਕਾਂ ਚੋਂ ਜਿਹੜੇ ਉੱਥੇ ਆਪਣੇ ਮੋਰਚਿਆਂ ਤੇ ਗਏ ਆ, 4-5 ਮੋਰਚਿਆਂ ਚੋਂ ਕਿਤੇ ਵੀ ਜਾਂਦੇ ਆ, ਉੱਥੇ ਹਰ ਇੱਕ ਮੋਰਚੇ ਤੁਹਾਨੂੰ ਪੰਜਾਬੀ ਯੂਥ ਮਿਲ ਜਾਣਾ। ਉੱਥੇ ਉਹ ਸੇਵਾ ਕਰ ਰਹੇ ਆ, ਉੱਥੇ ਉਹ ਦਿਨ ਰਾਤ ਬੈਠੇ ਆ, ਦਿਨ ਰਾਤ। ਮਾਨਿਕ, ਮੈਂ ਇਸ ਕਰਕੇ ਸਵਾਲ ਕਰ ਰਿਹਾ, ਜਦੋਂ ਮੈਨੂੰ ਵੀ ਇਹ ਸਵਾਲ ਕੀਤਾ ਜਾਂਦਾ ਮੈਨੂੰ ਵੀ ਗੁੱਸਾ ਚੜ੍ਹਦਾ। ਇਹ
ਜਦੋਂ ਪੰਜਾਬੀਆਂ ਨੂੰ ਕਿਹਾ ਜਾਂਦਾ ਕਿ ਤੁਸੀਂ ਨਸ਼ੇੜੀ ਹੋ, ਜਦੋਂ ਸਾਡੇ ਅੱਗੇ ਸਵਾਲ ਰੱਖਿਆ ਜਾਂਦਾ ਤੇ ਉਦੋਂ ਮੈਨੂੰ ਵੀ ਗੁੱਸਾ ਆਉਂਦਾ ਤੇ ਉਦੋਂ ਨਾਲ ਇੱਕ ਸਵਾਲ ਹੋਰ ਰੱਖਿਆ ਜਾਂਦਾ ਹੈ ਮਾਨਿਕ, ਸਵਾਲ ਇਹ ਰੱਖਿਆ ਜਾਂਦਾ ਕਿ ਤੂੰ ਕਾਹਦਾ ਪੰਜਾਬੀ ਹੈ, ਤੂੰ ਨਸ਼ਾ ਹੀ ਨਹੀਂ ਕਰਦਾ। ਸੌਰੀ ਕੇਪੀ ਜੀ, ਆਵਾਜ਼ ਨਹੀਂ, ਦੁਬਾਰਾ ਦੱਸੋ। ਮਾਨਿਕ ਸਾਡੇ ਅੱਗੇ ਦੋ ਸਵਾਲ ਰੱਖੇ ਜਾਂਦੇ, ਇੱਕ ਤਾਂ ਪੰਜਾਬੀ ਨਸ਼ੇੜੀ ਹੈ, ਪੰਜਾਬੀ ਯੂਥ ਹੈ ਜਿਹੜਾ ਨਸ਼ੇੜੀ ਹੈ, ਦੂਜਾ ਸਵਾਲ ਇਹ ਖੜਾ ਕੀਤਾ ਜਾਂਦਾ ਹੈ ਕਿ ਤੂੰ ਕਾਹਦਾ ਪੰਜਾਬੀ, ਤੂੰ ਨਸ਼ਾ ਹੀ ਨਹੀਂ ਕਰਦਾ। ਬਿਲਕੁਲ ਇਹ ਸਵਾਲ ਬਿਲਕੁਲ ਜਦੋਂ ਕੋਈ ਕਿਸੇ ਨੇ ਪੰਜਾਬੀ ਪੁੱਛਿਆ ਜਾਊਗਾ ਤਾਂ ਬੀਂਗ ਪੰਜਾਬੀ ਮੈਨੂੰ ਵੀ ਇਸ ਤੇ ਗੁੱਸਾ ਆਊਗਾ ਵੀ ਇਹ ਨਸ਼ੇੜੀ ਜਾਂ ਇਦਾਂ ਦੇ ਟੈਗ ਸਾਡੇ ਤੇ ਲਾਏ ਜਾ ਰਹੇ ਆ। ਸਾਡਾ ਯੂਥ ਦੇਖੋ ਦਿੱਲੀ ਦੇ ਬਾਰਡਰ ਤੇ ਬੈਠਾ, ਸਾਡਾ ਯੂਥ ਹੱਕ ਲੈਣ ਲਈ ਉੱਥੇ ਬਜ਼ੁਰਗਾਂ ਦੇ ਕੰਦੇ ਮੋਢੇ ਨਾਲ ਮੋਢਾ ਲਾ ਕੇ ਉੱਥੇ ਬੈਠਾ, ਟਰਾਲੀਆਂ ਦੇ ਵਿੱਚ ਬੈਠਾ ਤੇ ਉੱਥੇ ਸੇਵਾ ਕਰ ਰਹੇ ਦਿਨ ਰਾਤ, ਲੋਕ ਪਹੁੰਚੇ ਹੋਏ ਨੇ। ਯੂਥ ਟਵਿੱਟਰ ਤੇ ਬੈਠਾ, ਯੂਥ ਹਰ ਇੱਕ ਤਰੀਕੇ ਨਾਲ ਇਦਾਂ ਦੀ ਮਤਲਬ ਲੋਕਾਂ ਦਾ ਭੁਲੇਖਾ ਤੋੜਿਆਗਾ ਪੰਜਾਬ ਦੇ। ਜਦੋਂ ਉੱਥੇ ਫੋਟੋਆਂ ਜਾਂਦੀਆਂ ਨੇ ਲੋਕ ਕਹਿੰਦੇ ਸੀਗੇ ਵੀ ਪੰਜਾਬ ਦੇ ਯੂਥ ਨਸ਼ੇੜੀ ਆ, ਉਹਨਾਂ ਨੂੰ ਹੁਣ ਪਤਾ ਲੱਗਦਾ ਵੀ ਉਹ ਤਾਂ ਬੈਠੇ ਨੇਗੇ ਮਤਲਬ। ਹਾਂਜੀ ਠੀਕ ਹੈ ਸਰਮੀਤ ਮਾਵੀ, ਆਪਾਂ ਆਖਰੀ ਪਲਾਂ ਦੇ ਵਿੱਚ ਸਰਮੀਤ ਮਾਵੀ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਪੰਜਾਬ ਦੀ ਜਵਾਨੀ ਨੂੰ, ਦੇਸ਼ ਦੀ ਜਵਾਨੀ ਨੂੰ, ਜਿਹੜੇ ਬਾਹਰ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਲੋਕ ਹੈ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਸਰਮੀਤ ਮਾਵੀ? ਨਹੀਂ, ਮੈਂ ਕਿ ਵੀ ਰਾਦਰ ਦੈਨ ਮੈਸੇਜ ਦੀ ਬਜਾਏ ਮੈਂ ਵਧਾਈ ਦੇਣਾ ਚਾਹੂੰਗਾ ਵੀ ਜਿਹੜਾ ਇਸ ਅੰਦੋਲਨ ਦੇ ਵਿੱਚ ਜਿਵੇਂ ਪੰਜਾਬ ਦਾ ਯੂਥ ਨਿਕਲ ਕੇ ਆਇਆ, ਬਾਹਰ ਜਿਹੜੇ ਬੈਠੇ ਸਾਡੇ ਪ੍ਰਵਾਸੀ ਪੰਜਾਬੀ ਭਰਾ, ਸਾਡੇ ਬਜ਼ੁਰਗ ਬੱਚੇ ਸਾਰੇ ਨਿਕਲ ਗਏ, ਇਵਨ ਛੋਟੇ ਬੱਚਿਆਂ ਨੇ ਜਿਹੜੇ NRI ਕਿਡਸ ਸੀਗੇ, ਜਿਹੜਾ ਲੱਗਦਾ ਸੀਗਾ ਵੀ ਦੇ ਆਰ ਵੈਰੀ ਇੰਡੀਫਰੈਂਟ, ਉਹਨਾਂ ਨੂੰ ਬੜੀ ਉਪਰਾਵਤਾ ਇੰਡੀਆ ਨਾਲ ਕੋਈ ਲੈਣ ਦੇਣ ਨਹੀਂ ਹੈ, ਉਹਨਾਂ ਨੇ ਬਹੁਤ ਸਾਰੇ ਥਾਵਾਂ ਬੜੀਆਂ ਸਾਰੀਆਂ ਪੋਸਟਾਂ ਪਾਈਆਂ। ਮੈਂ ਸਿਰਫ ਸਨੇਹ ਵੱਲੋਂ ਵਧਾਈ ਦੇਣਾ ਚਾਹੁੰਦਾ ਕਿ ਦੇਖੋ ਇਹ ਪੰਜਾਬ ਤੇ ਯੂਥ ਦਾ ਮੈਨੂੰ ਪਤਾ ਆ, ਹਿੰਦੁਸਤਾਨ ਦਾ ਇਹ ਅੰਦੋਲਨ ਤਾਂ ਪੂਰੇ ਭਾਰਤ ਦੇ ਕਿਸਾਨਾਂ ਦਾ ਬਣ ਚੁੱਕਿਆ ਨਾ ਹੁਣ, ਤੇ ਉਸ ਅੰਦੋਲਨ ਚ ਜਿੰਨਾ ਸੋਹਣਾ ਰੋਲ ਸਭ ਨੇ ਨਿਭਾਇਆ, ਉਹਦੇ ਲਈ ਮੈਂ ਸਨੇਹ ਦੀ ਬਜਾਏ ਵਧਾਈ ਦੇਣਾ ਚਾਹੂੰਗਾ ਜੀ ਵੀ ਅੱਗੇ ਤੋਂ ਵੀ ਜੇ ਕਦੀ ਆਵਾਮ ਤੇ ਹਿੰਦੁਸਤਾਨ ਦੇ ਆਵਾਮ ਤੇ ਐਸੀ ਕੋਈ ਭੀੜ ਬਣੀ ਤੇ ਅੱਗੇ ਵੀ ਫਿਰ ਏਦਾਂ ਹੀ ਡਟ ਕੇ ਆਵਾਂਗੇ, ਸਾਨੂੰ ਪੂਰਾ ਯਕੀਨ ਹੈ ਜੀ। ਮਾਨਿਕ ਇੱਕ ਆਖਰੀ ਸਵਾਲ, ਮਾਨਿਕ ਕੁਝ ਕਹਿਣਾ ਚਾਹੋਗੇ ਪੰਜਾਬ ਦੀ ਜਵਾਨੀ ਨੂੰ, ਦੇਸ਼ ਦੀ ਜਵਾਨੀ ਨੂੰ ਜਿਹੜੀ ਦੇਸ਼ ਵਿਦੇਸ਼ ਵਿੱਚ ਇਹੀ ਕਹਿਣਾ ਚਾਹੁੰਦੇ ਆ ਵੀ ਜਿੱਦਾਂ ਸਰਮੀਤ ਬਾਈ ਨੇ ਕਿਹਾ ਵੀ ਹੁਣ ਤਾਂ ਉਹਨਾਂ ਨੂੰ ਇਹੀ ਕਹਿ ਸਕਦੇ ਵੀ ਭਾਈ ਤੁਸੀਂ ਬਹੁਤ ਵਧਾਈ ਦੇ ਪਾਤਰ ਹੋ, ਤੁਸੀਂ ਜਿਹੜੇ ਹਿਸਾਬ ਨਾਲ ਇੰਨਾ ਨਿਕਲ ਕੇ ਆਏ, ਸਾਨੂੰ ਇੰਨੀ ਉਮੀਦ ਤੋਂ ਵੱਧ ਕੇ ਤੁਸੀਂ ਮਤਲਬ ਇਸ ਅੰਦੋਲਨ 'ਚ ਹਿੱਸਾ ਲਿਆ ਤੇ ਮਤਲਬ ਜਿੱਦਾਂ ਤੁਸੀਂ ਡਟੇ ਬੈਠੇ ਹੋਗੇ ਇੰਨੇ ਦਿਨਾਂ ਤੋਂ, ਇੰਨੀ ਠੰਡ 'ਚ, ਇੰਨੇ ਮੀਂਹ 'ਚ, ਮਤਲਬ ਤੁਹਾਨੂੰ ਵਧਾਈ ਦੇ ਸਕਦੇ ਆ। ਸੁਨੇਹਾ ਇਹੀ ਆ ਬਸ ਛੋਟਾ ਜਿਹਾ ਵੀ ਡਟੇ ਰਹੋ, ਜਦੋਂ ਤੱਕ ਇਹ ਕਾਨੂੰਨ ਜਿਹੜੇ ਰੱਦ ਨਹੀਂ ਹੁੰਦੇ ਡਟੇ ਰਹੋ, ਸਾਰੇ ਤੁਹਾਡੇ ਨਾਲ ਆ। ਜੇ ਤੁਸੀਂ ਗਰਾਊਂਡ ਤੇ ਨਹੀਂ ਪਹੁੰਚ ਸਕਦੇ ਤਾਂ ਸੋਸ਼ਲ ਮੀਡੀਆ ਤੇ ਸਾਥ ਦਿਓ, ਸਾਰੇ ਡਟ ਕੇ ਰਹੋ, ਕਿਤੇ ਹਟੋ ਨਾ, ਮਤਲਬ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਆਪਾਂ ਬਿਲਕੁਲ ਜਿੱਤਾਂਗੇ, ਜ਼ਰੂਰ ਜਿੱਤਾਂਗੇ। ਠੀਕ ਹੈ ਮਾਵੀ ਕੁਝ ਕਹਿਣਾ ਚਾਹ ਰਹੇ ਹੋ ਆਖਰੀ? ਹਾਂਜੀ, ਇਹ ਵਧਾਈ ਦੇ ਨਾਲ ਇੱਕ ਸੁਨੇਹਾ ਮੈਂ ਇਹ ਦੇਣਾ ਚਾਹੂੰਗਾ ਕਿ ਸਾਨੂੰ ਬੜਾ ਵੱਡਾ ਬਹੁਤ ਮਾਣ ਹੋਇਆ ਸਾਡੇ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨ ਆਗੂਆਂ ਦੇ ਉੱਤੇ ਵੀ ਕਿੰਨੀ ਸਿਆਣੀ ਔਰ ਕਿੰਨੇ ਅਨੁਭਵੀ ਵਿਉਂਤਬੰਦੀ ਨਾਲ ਇਸ ਅੰਦੋਲਨ ਨੂੰ ਇੰਨਾ ਵੱਡਾ ਅੰਦੋਲਨ ਬਣਾ ਲਿਆ ਉਹਨਾਂ ਨੇ। ਬਸ ਮੈਂ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਜੀ ਵੀ ਸਾਡੇ ਇੰਨੇ ਸੂਝਵਾਨ ਅਨੁਭਵੀ ਕਿਸਾਨ ਆਗੂਆਂ ਦੀ ਵਿਉਂਤਬੰਦੀ 'ਚ ਮੁਕੰਮਲ ਯਕੀਨ ਰੱਖਿਓ। ਨੌਜਵਾਨਾਂ ਦਾ ਜੋਸ਼ ਬੜਾ ਕੰਮ ਆਇਆ, ਉਹਨਾਂ ਦੀ ਯੋਗ ਅਗਵਾਈ ਨਾਲ ਕੰਮ ਆਏਗਾ ਤੇ ਬਸ ਇਸ ਗੱਲ ਦੇ ਨਾਲ ਆਪਾਂ ਛੇਤੀ, ਜਿਵੇਂ ਮਾਨਕ ਨੇ ਵੀ ਕਿਹਾ ਵੀ ਜਿੱਤਾਂਗੇ ਆਪਾਂ ਜ਼ਰੂਰ। ਲੜਾਈ ਕਿੰਨੀ ਮਰਜ਼ੀ ਲੰਬੀ ਸਹੀ, ਇਸ ਲੰਬੀ ਲੜਾਈ ਦੇ ਵਿੱਚ ਵੀ ਅਸੀਂ ਅਨੁਸ਼ਾਸਨ, ਏਕਤਾ ਤੇ ਯੋਗ ਅਗਵਾਈ ਨੂੰ ਮੰਨ ਕੇ ਇਸ ਵਿਉਂਤਬੰਦੀ ਦੀ ਸਤਿਕਾਰ ਕਰਦੇ ਹੋਏ ਆਪਣੇ ਸੀਨੀਅਰ ਆਗੂਆਂ ਦਾ ਆਪਾਂ ਜਿੱਤਾਂਗੇ। ਚਲੋ ਬਹੁਤ ਧੰਨਵਾਦ ਸੁਨੀਤ ਮਾਵੀ ਤੁਹਾਡਾ, ਬਹੁਤ ਧੰਨਵਾਦ ਮਾਨਕ ਗੋਇਲ ਤੁਹਾਡਾ, ਦੋਨਾਂ ਮਹਿਮਾਨਾਂ ਦਾ। ਸਰਮੀਤ ਮਾਵੀ ਤੇ ਮਾਨਕ ਗੋਇਲ ਤੋਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਨੇ ਇਹ ਮੁਹਿੰਮ ਕਿਉਂ ਸ਼ੁਰੂ ਕੀਤੀ ਹੈ, ਕਿਉਂ ਇਹਨਾਂ ਨੂੰ ਇਹ ਕੰਪੇਨ ਸ਼ੁਰੂ ਕਰਨੀ ਪਈ। ਉਹਨਾਂ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਨੇ ਬੜੇ ਬੇਬਾਕੀ ਨਾਲ ਦਿੱਤੇ ਆ। ਮੈਨੂੰ ਲੱਗਦਾ ਸਾਡੇ ਭਾਈਚਾਰੇ ਨੂੰ ਵੀ ਸਮਝ ਆ ਜਾਣਾ ਚਾਹੀਦਾ ਕਿ ਸਵੈ ਪੜਚੋਲ ਵੀ ਹੋਣੀ ਚਾਹੀਦੀ ਹੈ। ਅਸੀਂ ਕੀ ਕਰ ਰਹੇ ਹਾਂ, ਅਸੀਂ ਕਿੱਥੇ ਜਾ ਕੇ ਭੁਗਤਦੇ ਪਏ ਹਾਂ, ਸਾਨੂੰ ਇਹ ਸਮਝਣਾ ਪਵੇਗਾ। ਸਾਰਾ ਮੀਡੀਆ ਇੱਕੋ ਜਿਹਾ ਨਹੀਂ ਤੇ ਪਰ ਜਦੋਂ ਅੰਦੋਲਨ ਤੇ ਤੁਸੀਂ ਸਵਾਲ ਖੜੇ ਕਰਦੇ ਹੋ, ਜੇ ਤੁਸੀਂ ਗਰਾਊਂਡ ਤੇ ਨਹੀਂ ਗਏ ਤਾਂ ਫਿਰ ਤੁਹਾਨੂੰ ਸਵਾਲ ਖੜੇ ਕਰਨ ਦਾ ਵੀ ਕੋਈ ਹੱਕ ਨਹੀਂ। ਗਰਾਊਂਡ ਤੇ ਜਾ ਕੇ ਦੇਖੋ, ਗੂਗਲ ਦੇ ਜ਼ਰੀਏ ਜੇ ਤੁਸੀਂ ਰਿਪੋਰਟਾਂ ਤਿਆਰ ਕਰਨੀਆਂ ਤੇ ਫਿਰ ਬਹੁਤ ਸਾਰੀਆਂ ਰਿਪੋਰਟਾਂ ਤਿਆਰ ਕੀਤੀਆਂ ਜਾ ਸਕਦੀਆਂ। ਉੱਥੇ ਜਾ ਕੇ ਦੇਖੋ ਮੀਂਹ ਝੱਖੜ ਹਨੇਰੀ ਦੇ ਵਿੱਚ ਕਿਵੇਂ ਕਿਸਾਨ, ਖੇਤ ਮਜ਼ਦੂਰ ਉੱਥੇ ਡਟੇ ਹੋਏ ਆ। ਇਹਨਾਂ ਸਾਰਿਆਂ ਦੀ ਪੀੜ ਨੂੰ, ਇਹਨਾਂ ਸਾਰਿਆਂ ਦਰਦ ਨੂੰ ਸਮਝਣਾ ਪਵੇਗਾ। ਸਵਾਲ ਕਣਕ ਤੇ ਅਣਖ ਦਾ ਤੇ ਸਵਾਲ ਅੰਨਦਾਤਾ ਤੇ ਧਨਦਾਤਾ ਦੇ ਵਿਚਾਲੇ ਪਾੜੇ ਦਾ ਤੇ ਸਵਾਲ ਪ੍ਰੋਡਿਊਸਰ ਤੇ ਕੰਜ਼ਿਊਮਰ ਦਾ ਹੈ। ਇਸ ਕਰਕੇ ਇਹ ਸਵਾਲ ਕੀਤਾ ਸੀ ਕਿਸਾਨ ਅੰਦੋਲਨ ਚੌਥਾ ਥੰਮ ਕਿੱਥੇ ਹੈ। ਅੱਜ ਜੇ ਚੌਥਾ ਥੰਮ ਨਹੀਂ ਬੋਲਦਾ ਪਿਆ ਤਾਂ ਇਸ ਚੌਥੇ ਥੰਮ ਨੂੰ ਭਵਿੱਖ ਵਿੱਚ ਜਵਾਬ ਦੇਣੇ ਪੈਣਗੇ, ਕਿਉਂਕਿ ਜਦੋਂ ਇਹੋ ਜਿਹੇ ਅਖਬਾਰ ਟਰੋਲੀ ਟਾਈਮ ਤੇ ਜਦੋਂ ਇਹ ਟਰੈਕਟਰ ਟਵਿੱਟਰ ਮੁਹਿੰਮ ਸ਼ੁਰੂ ਹੋ ਜਾਵੇ, ਜੋ ਕਿਸਾਨ ਏਕਤਾ ਮੋਰਚਾ ਦੇ ਸੋਸ਼ਲ ਮੀਡੀਆ ਪੇਜ ਚਾਲੂ ਹੋ ਜਾਣ ਤਾਂ ਫਿਰ ਉਦੋਂ
ਇਹ ਮੀਡੀਆ ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਵੀ ਇਹਨਾਂ ਪੇਜ ਨੂੰ ਫੋਲੋ ਕਰਦਾ ਹੋਊਗਾ, ਉਹ ਵੀ ਦੇਖਦਾ ਹੋਊਗਾ ਕਿ ਅਸੀਂ ਕਿੱਥੇ ਖੜੇ ਹਾਂ ਤੇ ਅਸੀਂ ਕਰ ਕੀ ਰਹੇ ਹਾਂ। ਬਹੁਤ ਧੰਨਵਾਦ।